ਹੋ ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ। ਤੂੰ ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ। ਤੂੰ ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ। ਤੂੰ ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ। ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ। ਤੂੰ ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ। ਤੂੰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਮਨਾ। ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਮਨਾ। ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਮਨਾ। ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ। ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਮਨਾ। ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਮਨਾ। 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 ਇੱਕ ਦਰਦਾ ਹੋ ਕੇ ਬਹਿ ਜਾ ਹੋ ਕੇ ਬਹਿ ਜਾ ਮਨਾ। ਇੱਕ ਦਰਦਾ 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 ਹੋ ਕੇ ਬੋਲੋ। ਇੱਕ ਦਰਦਾ ਹੋ ਕੇ ਬਹਿ ਜਾ ਮਨਾ। ਇੱਕ ਦਰਦਾ ਹੋ ਕੇ ਬਹਿ ਜਾ ਮਨਾ। ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਮਨਾ। ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਮਨਾ। ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਮਨਾ। ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਮਨਾ। ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਮਨਾ। ਦਰ ਦਰ ਦੇ ਫਿਰਨੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਮਨਾ। ਪਰਮ ਸਤਿਕਾਰਯੋਗ ਗੁਰੂ ਜੀ ਦੀ ਸੱਜ ਕੇ ਨਿਵਾਜੀ ਹੋਈ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੈ ਨਿਤ। ਇੱਕ ਬਦਿੰਦੀ ਆਰਜਾ ਦੂਜਾ ਸਾਹਿਬ ਆਵੇ ਚਿੱਤ। ਸਤਿਗੁਰ ਨੇ ਸਮਾਂ ਦਿੱਤਾ ਅੰਮ੍ਰਿਤ ਵੇਲੇ ਦਾ, ਜਾਗਰਤੇ ਦੀਆਂ ਦਾਤਾਂ ਦਿੱਤੀਆਂ, ਬਟਭਾਗੀ ਰੂਹਾਂ ਦੇ ਉੱਤੇ ਬਖਸ਼ਿਸ਼ ਕੀਤੀ ਹੈ। ਉਸ ਦਾਤੇ ਦਾ ਸ਼ੁਕਰਾਨਾ ਕਰਨ ਵਾਸਤੇ ਅਸੀਂ ਤੁਸੀਂ ਸਾਰੇ ਰੋਜ਼ਾਨਾ ਦੀ ਤਰ੍ਹਾਂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਉਸ ਦਾਤੇ ਦੇ ਪਾਵਨ ਪਿੱਤਰ ਭਰੇ ਹੋਏ ਖਜ਼ਾਨੇ ਵਿੱਚੋਂ ਦਾਤੇ ਦੀਆਂ ਰਹਿਮਤਾਂ ਦੀ ਬਖਸ਼ਿਸ਼ ਲੈਣ ਵਾਸਤੇ ਪਹੁੰਚੇ ਹਾਂ। ਵਿਦਵਾਨ ਲਿਖਦਾ, ਭਰੇ ਖਜ਼ਾਨੇ ਸਾਹਿਬ ਦੇ ਤੂੰ ਨੀਵਾਂ ਹੋ ਕੇ ਲੁੱਟ। ਨਾਮ ਦੀ ਵਸਤੂ ਹੋਰ ਦੁਨਿਆਵੀ ਚੀਜ਼ਾਂ ਮਿਲ ਸਕਦੀਆਂ ਨੇ ਹਰ ਇੱਕ ਥਾਂ ਤੋਂ,
ਕਿਸੇ ਘਰ ਵਿੱਚ ਮਿਲ ਜੂ, ਦੁਕਾਨ ਵਿੱਚ ਮਿਲ ਜੂ, ਵੱਡੇ ਸਟੋਰ 'ਚ ਮਿਲ ਜੂ, ਚੰਡੀਗੜ੍ਹ ਤੋਂ ਮਿਲ ਜੂ, ਲੁਧਿਆਣੇ ਤੋਂ ਮਿਲ ਜੂ, ਬਾਹਰਲੇ ਦੇਸ਼ ਵਿੱਚ ਵੀ ਚਲੋ ਕਹਿ ਦਿਓ ਮਿਲ ਜੂ। ਇਹ ਮੈਂ ਦੁਨਿਆਵੀ ਚੀਜ਼ਾਂ ਦੀ ਗੱਲ ਕਰਦਾ ਹਾਂ। ਪਰ ਇੱਕ ਪਰਮਾਤਮਾ ਦੇ ਨਾਮ ਦੀ ਵਸਤੂ ਹੈ ਜਿਹੜੀ ਉਹ ਬਾਹਰਲੇ ਦੇਸ਼ 'ਚੋਂ ਨਹੀਂ ਮਿਲਦੀ ਹੈ, ਉਹ ਗੁਰੂ ਦੇ ਚਰਨਾਂ ਵਿੱਚੋਂ ਮਿਲਦੀ ਹੈ। ਉਹ ਮਿਲੂ ਕਿਹਨੂੰ? ਜਿਹੜਾ ਇੱਕ ਦਰਦਾ ਹੋਇਆ, ਪਰਮਾਤਮਾ ਦੇ ਦਰਦਾ ਹੋ ਕੇ ਬੈਠਾ ਹੈ। ਮੇਰੇ ਗੁਰਦੇਵ ਬੜੇ ਪਿਆਰ ਵਿੱਚ ਆ ਕੇ ਲਿਖਦੇ ਨੇ, ਉਹ ਕਹਿੰਦੇ ਜੋ ਕੂਕਰ ਦਰ ਦਰ ਫਿਰੈ, ਕੂਕਰ ਨਾਮ ਕੁੱਤੇ ਦਾ ਹੈ। ਜੋ ਕੂਕਰ ਦਰ ਦਰ ਫਿਰੈ, ਕਹਿੰਦੇ ਇੱਕ ਮਾਲਕ ਦਾ ਰੱਖਿਆ ਹੋਇਆ ਕੁੱਤਾ ਹੈ, ਉਹਦੇ ਗਲ ਵਿੱਚ ਪਟਾ ਪਾਇਆ ਹੋਇਆ, ਮਾਲਕ ਉਹਨੂੰ ਲਿਆ ਕੇ ਬੜਾ ਕੁਝ ਪਾਉਂਦਾ ਹੈ। ਜਿਹੋ ਜਿਹਾ ਕੁਝ ਆਪ ਸਕਦਾ ਮਾਲਕ ਇਹੋ ਜਿਹੀ ਪਾ ਦਿੰਦਾ ਉਹਨੂੰ ਵੀ। ਤੇ ਉਹਦੇ ਗਲ ਵਿੱਚ ਪਟਾ ਪਾਇਆ, ਉਹਦੇ ਰਹਿਣ ਵਾਸਤੇ ਅੰਦਰ ਜਗ੍ਹਾ ਬੜੀ ਵਧੀਆ ਬਣਾਈ ਹੈ। ਮਾਲਕ ਸੁਬਾਹ ਸ਼ਾਮ ਉਹਦਾ ਬੜਾ ਖਿਆਲ ਰੱਖਦਾ ਹੈ, ਦਿਨੇ ਘੁਮਾਉਣ ਵਾਸਤੇ ਵੀ ਲੈ ਕੇ ਜਾਂਦਾ ਹੈ। ਕਹਿੰਦੇ ਅਚਨਚੇਤ ਉਸ ਕੁੱਤੇ ਦੇ ਗਲ ਵਿੱਚੋਂ ਸੰਗਲੀ ਲਾ ਦੀਏ ਜਾਂ ਖੁੱਲ੍ਹ ਜੇ ਕਹਿ ਦਿਓ, ਉਹ ਕੁੱਤਾ ਕਿਤੇ ਇਸ ਘਰ ਦੇ ਵਿੱਚ ਵੜ ਜੇ, ਕਿਤੇ ਉਦੋਂ ਅਗਲੇ ਵਿੱਚ ਵੜ ਜੇ, ਕਿਤੇ ਉਦੋਂ ਅੱਗੇ ਵਿੱਚ ਵੜ ਜੇ। ਉਹਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਣਗੇ। ਕਈ ਕਹਿਣਗੇ ਬੜਾ ਕੀਮਤੀ ਕੁੱਤਾ ਆਇਆ, ਖੁੱਲ੍ਹ ਕੇ ਆਇਆ, ਫੜ ਲਓ ਇਹਨੂੰ। ਫਿਰ ਦੂਜੇ ਕਹਿਣਗੇ ਉਹ ਗਵੰਡੀਆਂ ਦਾ ਰੱਖਿਆ ਹੋਇਆ, ਉਹਨਾਂ ਨੇ ਮੁੱਲ ਲਿਆਂਦਾ, ਇਹ ਬਹੁਤ ਕੀਮਤੀ ਕੁੱਤਾ ਹੈ। ਪਹਿਲਾ ਖਿਆਲ ਤਾਂ ਇਹ ਆ ਗਿਆ ਵੀ ਬੰਨ੍ਹ ਲਓ ਫੜ ਕੇ। ਦੂਜਾ ਕਹਿੰਦਾ ਕੀਮਤੀ ਹੈ, ਉਹਨੇ ਲਿਆਂਦਾ ਮਾਲਕ ਨੇ। ਫਿਰ ਤੀਜਾ ਕਹਿੰਦਾ ਐਂ ਕਰੋ, ਚੱਕੋ ਡੁੰਡਾ ਇਹਦੇ ਟੂਹੇ ਵਿੱਚ ਮਾਰੋ, ਡੱਕਰੋ ਇਹਨੂੰ ਘਰੋਂ ਬੱਚੋ। ਚੌਥਾ ਕਹਿੰਦਾ ਜਦੋਂ ਖੁੱਲ੍ਹ ਕੇ ਆ ਗਿਆ ਇਹਨੂੰ ਰੋਟੀ ਦੀ ਬੁਰਕੀ ਪਾ ਦਿਓ, ਵਿਚਾਰੇ ਨੂੰ ਪਤਾ ਨਹੀਂ ਕਦੋਂ ਕਦੀ ਰੋਟੀ ਮਿਲੀ ਹੋਈ ਹੈ। ਚਾਰ ਖਿਆਲ ਹੋ ਗਏ। ਫਿਰ ਉਦੋਂ ਅਗਲੇ ਘਰ ਵੜਿਆ, ਉਹਨਾਂ ਨੇ ਵੀ ਇਹੀ ਕਿਹਾ ਵੀ ਫਲਾਣੇ ਮਾਲਕ ਦਾ ਕੁੱਤਾ ਹੈ। ਜਾਂ ਤਾਂ ਉਹਨਾਂ ਨੂੰ ਸੁਨੇਹਾ ਦੇ ਦਿਓ ਤੇ ਜਾਂ ਫਿਰ ਇਹਨੂੰ ਮਾਰੋ ਸੋਟਾ, ਇਹਨੂੰ ਬਾਹਰ ਕੱਢ ਦਿਓ। ਚੌਥੇ, ਪੰਜਵੇਂ, ਛੇਵੇਂ, ਸੱਤਵੇਂ ਘਰ ਵੀ ਗਿਆ। ਉੱਥੋਂ ਵੀ ਭਗਤ ਕਬੀਰ ਜੀ ਕਹਿੰਦੇ ਉਹਦੀ ਪਿੱਠ ਉੱਤੇ ਡੰਡੇ ਹੀ ਪਏ। ਹੁਣ ਉਹਨੂੰ ਸਮਝ ਆ ਗਈ ਕੁੱਤੇ ਨੂੰ ਵੀ ਇਹ ਮੇਰੇ ਡੰਡੇ ਕਿਉਂ ਪੈਂਦੇ ਨੇ, ਮੇਰਾ ਮਾਲਕ ਮੇਰਾ ਇੰਨਾ ਸਤਿਕਾਰ ਕਰਦਾ ਹੈ ਤੇ ਇਹ ਮੈਨੂੰ ਘੂਰਦੇ ਨੇ, ਡੰਡੇ ਮਾਰਦੇ ਨੇ। ਫਿਰ ਉੱਥੇ ਵਿਦਵਾਨ ਨੇ ਕਲਮ ਚੁੱਕ ਲਈ, ਇੱਕ ਕਾਗਜ਼ ਚੁੱਕ ਲਿਆ, ਉਹਨੇ ਫਿਰ ਲਿਖਿਆ ਜਾਓ ਕੂਕਰ ਦਰ ਦਰ ਫਿਰੈ, ਦੁਰ ਦੁਰ ਕਹੈ ਸਭ ਕੋਈ। ਦੁਰ ਦੁਰ ਤੋਂ ਭਾਵ ਗਾਲੀ ਗਲੋਚ, ਉਹਨੂੰ ਮੰਦਾ ਚੰਗਾ ਬੋਲਣਾ। ਓਏ ਮਾਲਕ ਦਾ ਦਰ ਛੱਡ ਕੇ ਕਿੱਧਰ ਫਿਰਦਾ? ਤੇਰੇ ਮਾਲਕ ਨੇ ਤੈਨੂੰ ਇੰਨੀ ਕੀਮਤ ਦਾ ਲਿਆਂਦਾ, ਤੇਰੀ ਸੇਵਾ ਕਰਦਾ, ਰੋਟੀ ਪਾਣੀ ਖਵਾਉਂਦਾ ਤੈਨੂੰ, ਸਭ ਕੁਝ। ਚੱਲ ਆਪਣੇ ਮਾਲਕ ਦੇ ਘਰੇ, ਕਿੱਧਰ ਤੁਰਿਆ ਫਿਰਦਾ? ਉਹਨੂੰ ਗਾਲੀ ਗਲੋਚ ਵੀ ਕਰਦੇ ਨੇ, ਡੰਡੇ ਵੀ ਮਾਰਦੇ ਨੇ। ਜਾਓ ਕੂਕਰ ਦਰ ਦਰ ਫਿਰੈ, ਦੁਰ ਦੁਰ ਕਹਿ ਸਭ ਕੋਈ। ਕਹਿੰਦੇ ਫਿਰ ਮਾਲਕ ਦੇ ਉਸ ਕੁੱਤੇ ਨੇ ਜਵਾਬ ਦਿੱਤਾ, ਕਹਿੰਦਾ ਮੈਂ ਅੱਜ ਆਪਣੇ ਮਾਲਕ ਦਾ ਦੁਆਰਾ ਛੱਡ ਕੇ ਆ ਗਿਆ, ਮੇਰੇ ਤੇ ਤਾਂ ਡੰਡੇ ਪੈਂਦੇ ਨੇ, ਤਾਂ ਮੈਨੂੰ ਗਾਲੀ ਗਲੋਚ ਕਰਦੇ ਨੇ। ਏਕ ਦਰ ਕਾ ਹੋਏ ਰਹੋ। ਕਹਿੰਦੇ ਦੁਨੀਆ ਦੇ ਲੋਕਾਂ ਦੀ ਇੱਕ ਸੋਝੀ ਦਿੱਤੀ ਹੈ। ਉਹ ਕਹਿੰਦੇ ਉਹ ਜਿਹੜੇ ਮਾਲਕ ਨੇ ਲਿਆਂਦਾ ਉਸ ਮਾਲਕ ਦਾ ਬਣ ਕੇ ਦੇਖ। ਏਕ ਦਰ ਕਾ ਹੋਏ ਰਹੋ, ਇੱਕ ਦਰ ਦਾ ਬਣ ਜਾ, ਦੁਰ ਦੁਰ ਕਹੇ ਨਾ ਕੋਈ। ਕਹਿੰਦੇ ਜੇ ਤੂੰ ਇੱਕ ਘਰ ਦਾ ਬਣ ਗਿਆ ਨਾ, ਫਿਰ ਤੈਨੂੰ ਗਾਲੀ ਗਲੋਚ ਨਹੀਂ ਕੋਈ ਕਰਦਾ। ਜਦੋਂ ਤੂੰ ਮਾਲਕ ਨਾਲ ਵੀ ਜਾਏਗਾ ਨਾ, ਤੇਰਾ ਸਤਿਕਾਰ ਕਰਨਗੇ। ਜੇ ਤੂੰ ਉਸ ਰੱਬ ਦੇ ਘਰ ਦੇ ਨਾਲ ਜੁੜਿਆ ਉਹ ਜੁੜ ਕੇ ਰਹਿ। ਜੇ ਤੂੰ ਛੱਡ ਕੇ ਦੁਆਰਾ ਹੋਰ ਪਾਸੇ ਗਿਆ, ਫਿਰ ਦੁਰ ਦੁਰ ਕਹੇ ਸਭ ਕੋਈ। ਫਿਰ ਕਹਿਣਗੇ ਪਹਿਲਾਂ ਤਾਂ ਇਹ ਵੱਡਾ ਸਿੱਖ ਬਣਿਆ ਫਿਰਦਾ ਸੀ, ਬੜਾ ਉਦੋਂ ਇਹਨੇ ਬੜੇ ਗੇੜੇ ਦਿੱਤੇ, ਬੜੇ ਚਕਾਰੇ ਛੱਡੇ, ਬੜਾ ਕੁਝ ਕਰਿਆ, ਤੇ ਅੱਜ ਕਿੱਧਰ ਫਿਰਦਾ ਹੈ? ਦੁਰ ਦੁਰ ਕਹੇ ਸਭ ਕੋਈ। ਕਹਿੰਦੇ ਫਿਰ ਲੋਕ ਦੁਨੀਆ ਦੇ ਚਲੋ ਮੂੰਹ ਤੇ ਨਹੀਂ ਕਹਿਣਗੇ, ਬਾਅਦ ਵਿੱਚ ਤਾਂ ਜ਼ਰੂਰ ਕਹਿਣਗੇ ਹੀ ਕਹਿਣਗੇ। ਮਹਾਰਾਜ ਜੀ ਕਹਿੰਦੇ ਇਹਦੇ ਵਿੱਚੋਂ ਇੱਕ ਸਿੱਖਿਆ ਮਿਲਦੀ ਹੈ। ਉਹ ਕੀ? ਸਗਲ ਦਵਾਰ ਕੋ ਛੱਡ ਕੇ ਗਇਓ ਤੁਹਾਰੋ ਦਵਾਰ। ਉਸ ਪਰਮਾਤਮਾ ਦੇ ਘਰ ਦਾ ਕਿਤੇ ਬਣ ਕੇ ਵੇਖੋ ਮਨਾ। ਜਿੱਦੇ ਤੂੰ ਰੱਬ ਦੇ ਘਰ ਦਾ ਬਣ ਗਿਆ, ਉਹਦੇ ਆਨੰਦ ਵੇਖੀ ਕਿੰਨਾ ਕੁ ਹੋਊਗਾ। ਪਰ ਬਣਨਾ ਹੀ ਔਖਾ ਹੈ।
ਜਿੱਦੇ ਕਿਤੇ ਪ੍ਰਮਾਤਮਾ ਦੇ ਘਰ ਦੇ ਬਣ ਗਏ ਤੇ ਉਹਦੇ ਫਿਰ ਦੁਰ ਦੁਰ ਕਹੇ ਨਾ ਕੋਈ। ਉਹਦੇ ਕਹਿੰਦੇ ਕੋਈ ਵੀ ਤੁਹਾਨੂੰ ਗਾਲੀ ਗਲੋਚ ਨਹੀਂ ਕਰ ਸਕਦਾ, ਕਿਉਂਕਿ ਇੱਕ ਮਾਲਕ ਦੇ ਬਣ ਗਏ, ਮਾਲਕ ਨੇ ਪਟਾ ਪਾ ਦਿੱਤਾ ਗਲ ਵਿੱਚ, ਉਸ ਰੱਬ ਦੇ ਘਰ ਦੇ ਬਣ ਗਏ। ਬਸ ਬਣਨਾ ਹੀ ਔਖਾ ਹੈ ਪਰਮਾਤਮਾ ਦਾ, ਉਸ ਮਾਲਕ ਦਾ ਬਣਨਾ ਹੀ। ਜਿਹੜਾ ਮਾਲਕ ਦਾ ਵਫਾਦਾਰ ਬਣ ਗਿਆ ਨਾ, ਮਹਾਰਾਜ ਜੀ ਕਹਿੰਦੇ ਉਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਉਹ ਇੰਨਾ ਕੁ ਵਫਾਦਾਰ, ਕੁੱਤੇ ਦਾ ਹੀ ਉੱਥੇ ਪ੍ਰਮਾਣ ਦੇ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਮਝਾਉਣਾ ਕੀਤਾ। ਕਹਿੰਦੇ ਮਾਲਕ ਦਾ ਵਫਾਦਾਰ ਬਣ ਕੇ ਵੇਖ ਕਿਤੇ। ਜਦੋਂ ਮਾਲਕ ਦਾ ਵਫਾਦਾਰ ਬਣ ਗਿਆ, ਮਾਲਕ ਨੇ ਦਰਵਾਜ਼ੇ ਖੋਲ ਦੇਣੇ, ਆ ਲੈ ਆ ਵੀ ਤੇਰੇ ਵਾਸਤੇ ਖੁੱਲ੍ਹਾ ਹੈ, ਆ ਵੀ ਤੇਰੇ ਵਾਸਤੇ ਖੁੱਲ੍ਹਾ ਹੈ। ਹੁਣ ਤੈਂ ਅੱਗੇ ਵਰਤਾਉਣਾ, ਮਾਲਕ ਚਾਹੇ ਵੱਡਾ ਮੈਂ ਹੀ ਹੈ, ਪਰ ਤੂੰ ਵੀ ਮੇਰਾ ਇੱਕ ਮਾਲਕ ਬਣ ਗਿਆ, ਮੈਨੂੰ ਤੇਰੇ ਉੱਤੇ ਭਰੋਸਾ ਹੋ ਗਿਆ। ਹੁਣ ਤੂੰ ਇਹ ਵਸਤੂਆਂ ਜਿਹੜੀਆਂ ਅੱਗੇ ਵਰਤਾਉਣੀ ਹੈ। ਭਗਤਾਂ ਦੀ ਕਰੀ ਰੱਬ ਮੰਨਦਾ, ਪ੍ਰੇਮ ਨਾਲ ਭਗਤਾਂ ਦੇ ਵਿੱਚ ਕੋਈ ਹੁੰਦਾ ਭੇਦ ਭਾਵਨਾ, ਉਹ ਮਰਜ਼ੀ ਦੇ ਮਾਲਕ ਚਲਾਉਂਦੇ, ਜਿਵੇਂ ਚਿੱਤ ਕਰੇ ਸਾਧੂਆਂ ਦੇ ਤੁੱਲ ਕੋਈ ਜੱਗ ਤੇ ਨਵਾਬਣਾ। ਆਓ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਸ਼ਾਮ ਦੀ ਧਰਤੀ ਤੇ ਚਲੇ ਗਏ। ਇੱਧਰ ਮਾਤਾ ਗੁਜਰੀ, ਮਾਮਾ ਕਿਰਪਾਲ ਚੰਦ ਜੀ, ਬੇਬੇ ਨਾਨਕੀ ਜੀ, ਸਾਰਿਆਂ ਨੂੰ ਇਸ ਮਹਿਲਾਂ ਦੇ ਵਿੱਚ ਰਾਏ ਬੁਲਾਰ ਦੇ ਵਾਹਿਗੁਰੂ ਜੀ ਸਾਲਸਰਾਏ ਜੌਹਰੀ ਦੇ ਹਵੇਲੀ ਦੇ ਵਿੱਚ ਛੱਡ ਕੇ ਮਰਜ ਅੱਗੇ ਚਲੇ ਗਏ। ਕੱਲ ਫਿਰ ਸੁਣਿਆ ਰਾਜੇ ਰਾਮ ਰਾਏ ਦੇ ਮਹਿਲਾਂ ਦੇ ਅੱਗੋਂ ਦੀ ਲੰਘਣ ਲੱਗੇ, ਵਿਚੋਲੇ ਨੇ ਕਹਿ ਦਿੱਤਾ ਆ ਗਏ ਗੁਰੂ ਪੂਰੇ, ਲੈ ਹੁਣ ਡਾਕਟਰ ਆ ਗਿਆ, ਸਾਂਭ ਲਈ, ਹੁਣੇ ਤੂੰ ਦਵਾਈ ਲੈ ਲਈ, ਜਿਹੜੀ ਦਵਾਈ ਦਿੱਤੀ ਉਹ ਢੰਗ ਨਾਲ ਲੈ ਲਈ, ਜਿਹੜਾ ਪਰਹੇਜ਼ ਦੱਸਿਆ ਉਹ ਰੱਖ ਲਈ, ਤੇ ਤੇਰੇ ਘਰ ਵਿੱਚ ਜ਼ਰੂਰ ਬੂਟਾ ਲੱਗ ਜੂਗਾ। ਰਾਜਾ ਰੋਂਦਾ ਹੈ, ਕਹਿੰਦਾ ਧਨ ਬਹੁਤ ਹੈ, ਸਭ ਕੁਝ ਹੈ, ਧਨ ਪਦਾਰਥ ਆ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਨਾ ਚੰਗੀ ਗੱਲ ਹੀ ਹੈ। ਕਿਉਂਕਿ ਪੁੱਤਰ ਨੂੰ ਖਿਡੌਣਾ ਦੇ ਦਿੱਤਾ ਮਾਂ ਨੇ, ਪੁੱਤਰ ਦਾ ਧਿਆਨ ਥੋੜੇ ਸਮੇਂ ਵਾਸਤੇ ਟੁੱਟ ਗਿਆ। ਦੁਨਿਆਵੀ ਖਿਡੌਣਾ ਦੇ ਦਿੱਤਾ, ਜਦੋਂ ਪ੍ਰਮਾਤਮਾ ਨੇ ਰੱਬ ਨਾਲੋਂ ਲਿਵ ਟੁੱਟ ਗਈ, ਲਿਵ ਛੁਟਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਕਹਿੰਦੇ ਆ ਦੁਨਿਆਵੀ ਖਿਡੌਣਾ ਦੇ ਦਿੱਤਾ, ਕੀ ਵਧੀਆ ਮਕਾਨ ਦੇ ਦਿੱਤਾ, ਬਹਿ ਗਏ ਮਕਾਨ ਦੇ ਅੰਦਰ ਮਨੁੱਖ, ਵਧੀਆ ਗੱਡੀ ਦੇ ਦਿੱਤੀ, ਮਨੁੱਖ ਨੂੰ ਇੱਕ ਖਿਡੌਣਾ ਦੇ ਦਿੱਤਾ, ਧੀਆਂ ਪੁੱਤਰ ਦੇ ਦਿੱਤੇ। ਰੱਬ ਨੂੰ ਛੱਡ ਕੇ ਉਹਨਾਂ ਦੇ ਵਿੱਚ ਪਿਆਰ ਪੈ ਗਿਆ। ਕੀ ਕਹਿੰਦੇ ਨੇ ਮਹਾਰਾਜ, ਉਹ ਦਾਤੇ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ, ਭੁੱਲ ਗਿਆ ਦਾਤਾਂ ਨਾਲ ਪਿਆਰ ਪਾ ਲਿਆ, ਦਾਤੇ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ, ਦਾਤੇ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ, ਦਾਤੇ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ, ਦਾਤੇ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ। ਜੀ ਬਾਣੀ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ, ਉਹ ਸਤਿਗੁਰੂ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ। ਜੀ ਬਾਣੀ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ। ਉਹ ਸਤਿਗੁਰੂ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ। ਬਾਣੀ ਤੋਂ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ। ਸਤਿਗੁਰ ਤੋਂ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ। ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਾਹੀ, ਮਰਨ ਵਿਚਾਰਾ ਬਸਤ ਪਰਾਈ ਕੋ ਉਠ ਧੋ ਰੋਵੈ, ਕਰਮ ਧਰਮ ਸਗਲਾਈ ਖੋਵੈ। ਮਹਾਰਾਜ ਜੀ ਕਹਿੰਦੇ ਦਾਤ ਪਿਆਰੀ। ਹੁਣ ਰਾਜੇ ਕੋਲੇ ਦਾਤ ਹੈ ਹੀ ਨਹੀਂ, ਦੁਨਿਆਵੀ ਦਾਤ ਹੈ, ਪਰਮਾਤਮਾ ਦੀ ਨਹੀਂ, ਦੁਨਿਆਵੀ ਦਾਤ। ਕੀ ਦੁਨਿਆਵੀ ਧੀਆਂ ਪੁੱਤਰ ਜਦੋਂ ਜਦੋਂ ਨਹੀਂ ਹੁੰਦਾ, ਮਨੁੱਖ ਨੂੰ ਬੜਾ ਦੁੱਖ ਹੁੰਦਾ। ਜੇ ਇੱਕ ਪੁੱਤਰ ਹੁੰਦਾ ਨਾ, ਪਤਾ ਨਹੀਂ ਕੀ ਹੋ ਜਾਣਾ ਸੀ, ਇੱਕ ਧੀ ਹੁੰਦੀ ਪਤਾ ਨਹੀਂ ਕੀ ਹੋ ਜਾਣਾ ਸੀ। ਪਰ ਮਹਾਰਾਜ ਜੀ ਕਹਿੰਦੇ ਦੋਨਾਂ ਨੂੰ ਇਕੱਠਿਆਂ ਨੂੰ ਬਹਾ ਲਓ, ਜਿਨ੍ਹਾਂ ਦੇ ਹੈ ਹੀ ਨਹੀਂ ਉਹਨਾਂ ਨੂੰ ਵੀ ਪੁੱਛੋ, ਜਿਨ੍ਹਾਂ ਦੇ ਹੈ ਉਹਨਾਂ ਦੋਨਾਂ ਨੂੰ ਬਿਠਾ ਕੇ ਪੁੱਛ ਲਓ ਕਿੰਨਾ ਕੁ ਸੁੱਖ ਹੈ। ਜਿਹਦੇ ਹੈ ਨਹੀਂ ਉਹ ਕਹਿੰਦੇ ਜੇ ਹੁੰਦਾ ਤਾਂ ਇੱਕ ਬੜਾ ਸੁੱਖ ਹੁੰਦਾ, ਜਿਹਦੇ ਹੈ ਉਹ ਕਹਿੰਦਾ ਹੈ ਜੀ ਲਾਤ ਨੂੰ ਅਹੀਂ ਚੰਗਾ ਸੀ। ਬੋਲੋ ਸਤਨਾਮ ਵਾਹਿਗੁਰੂ। ਰਾਜਾ ਕਹਿੰਦਾ ਇੱਕੋ ਹੀ ਹੋਵੇ ਪੁੱਤਰ, ਇੱਕ
ਆ ਮਹਿਲਾਂ ਨੂੰ ਸਾਂਭ ਲੂ। ਦੁਨੀਆ ਦੇ ਲੋਕ ਰੱਸੀਆਂ ਧਰ ਧਰ ਕੇ ਮਿਲ ਰਹੇ ਨੇ। ਰਾਜਾ ਵੀ ਵਡੇਰੀ ਉਮਰ ਚਲਿਆ ਗਿਆ, ਰਾਣੀ ਵੀ ਵਡੇਰੀ ਉਮਰ ਚਲੇ ਗਈ, ਪਤਾ ਨਹੀਂ ਇਹਨਾਂ ਨੇ ਕਦੋਂ ਚਲੇ ਜਾਣਾ। ਜਦੋਂ ਇਹ ਮਰ ਗਏ ਹਰੇਕ ਆਪਦੇ ਵਾਲਾ ਹਿੱਸਾ ਲੋਚਦਾ ਹੈ, ਮੇਰੀ ਕੰਧ ਨਾਲ ਲੱਗਦਾ, ਇੰਨਾ ਕੁ ਮੈਂ ਰੋਕ ਲੂੰਗਾ, ਇੰਨਾ ਕੁ ਮੈਂ ਰੋਕ ਲੂੰਗਾ। ਰਾਜਾ ਬੜਾ ਦੁਖੀ ਹੈ। ਉਸ ਬੱਚੀ ਨੇ ਕਿਹਾ, ਰਾਜਨ ਆ ਜਾ, ਫਿਰ ਤੈਨੂੰ ਮੈਂ ਉਹ ਵੈਦ ਮਿਲਾ ਦਿੰਨੀ ਹੈ ਜਿਹਦੇ ਘਰ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਉਹਦੇ ਘਰ ਵਿੱਚ ਸਭ ਕੁਝ ਹੈ। ਤੇ ਮਿਲੂ ਕਦੋਂ? ਜਦੋਂ ਤੂੰ ਦਵਾਈ ਸਹੀ ਢੰਗ ਨਾਲ ਖਾਧੀ। ਰਾਜੇ ਨੇ ਕਿਹਾ, ਬੇਟਾ ਮੈਂ ਬੜੇ ਇਲਾਜ ਕਰਵਾਏ, ਬੜਾ ਕੁਝ ਦੇਖਿਆ, ਸਭ ਨੇ ਮੈਨੂੰ ਕਹਿ ਦਿੱਤਾ ਹੁਣ ਤਾਂ ਆਸਾਂ ਨਾ ਰੋੜ ਬੈਠੀ, ਬੇੜੀਆਂ ਨਾ ਰੋੜ ਬੈਠੀ। ਕਹਿੰਦੇ ਹੁਣ ਮੇਰੀ ਆਸ ਹੀ ਟੁੱਟ ਗਈ। ਚੰਗਾ ਜੇ ਸਾਰੇ ਪਾਸਿਓਂ ਆਸ ਟੁੱਟ ਗਈ ਤਾਂ ਇੱਕ ਗੁਰੂ ਨਾਨਕ ਦੇ ਘਰ ਦੇ ਨਾਲ ਜੋੜ ਕੇ ਵੇਖ। ਕੱਲ ਫਿਰ ਸੁਣਿਆ ਮਹਾਰਾਜ ਜੀ ਆ ਗਏ। ਰਾਜੇ ਤੇ ਰਾਣੀ ਨੇ ਦੋਨੋਂ ਚਰਨ ਧੋ ਦਿੱਤੇ ਰੋ ਰੋ ਕੇ, ਮਹਾਰਾਜ ਕਿਰਪਾ ਕਰੋ ਸਾਡੇ ਮਹਿਲਾਂ ਵਿੱਚ ਚਰਨ ਪਾ ਦਿਓ। ਮਹਾਰਾਜ ਉੱਤਰ ਲੱਗੇ, ਰਾਜੇ ਨੇ ਹੱਥ ਬੰਨੇ, ਮਹਾਰਾਜ ਇਸ ਤਰ੍ਹਾਂ ਨਹੀਂ, ਸਣੇ ਘੋੜਾ ਇਸੇ ਤਰ੍ਹਾਂ ਅੰਦਰ ਚੱਲੋ ਮੇਰੇ। ਪਲੰਗ ਦੇ ਨੇੜੇ ਘੋੜਾ ਲਾ ਦਿੱਤਾ। ਹਜੂਰ ਸੱਚੇ ਪਾਤਸ਼ਾਹ ਪਲੰਗ ਦੇ ਉੱਤੇ ਸਜ ਗਏ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ। ਰਾਜਾ ਕੇ ਕੋਲ ਬੈਠ ਗਿਆ। ਰਾਜਨ ਦੁਖੀ ਬੜਾ ਹੈ, ਇੰਨਾ ਕੁਝ ਪਾ ਕੇ ਵੀ ਤੂੰ ਦੁਖੀ ਹੈ। ਦੇਖ ਤੇਰੇ ਉੱਤੇ ਕਿੱਡੀ ਕਿਰਪਾ ਹੈ ਪਰਮਾਤਮਾ ਦੀ। ਧਨ ਤੇਰੇ ਕੋਲੇ ਹੈ, ਸੋਨਾ ਤੇਰੇ ਕੋਲੇ ਹੈ, ਹੀਰੇ ਤੇਰੇ ਕੋਲੇ ਹੈ, ਉਹ ਵੱਡਾ ਮਹਿਲ ਤੇਰੇ ਕੋਲੇ ਹੈ, ਫਿਰ ਤੂੰ ਦੁਖੀ ਕਿਉਂ ਹੈ? ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੋਹਰ ਲਾ ਕੇ ਕਹਿ ਦਿੱਤਾ, ਨਾਨਕ ਜੇ ਇਕੱਠਾ ਕਹਿ ਦਿੱਤਾ ਤਾਂ ਫਿਰ ਇਹਦਾ ਅਰਥ ਦਾ ਅਨਰਥ ਹੋ ਜਾਊਗਾ। ਜੇ ਇਸ ਪਾਠ ਨੂੰ ਜਾਂ ਇਸ ਪੰਕਤੀ ਨੂੰ ਇਕੱਠਾ ਕਹਿ ਦਿੱਤਾ ਤੇ ਫਿਰ ਸਾਡੇ ਭਾ ਦਾ ਫਿਰ ਨਾਨਕ ਵੀ ਦੁਖੀ ਹੈ। ਮਹਾਰਾਜ ਜੀ ਕਹਿੰਦੇ ਨਹੀਂ, ਇਹ ਗੱਲ ਗੁਰੂ ਨਾਨਕ ਨੇ ਆਖੀ ਹੈ, ਸੰਬੋਧਨ ਕਰਕੇ ਆਖਿਆ, ਨਾਨਕ ਦੁਖੀਆ ਸਭ ਸੰਸਾਰ। ਮਹਾਰਾਜ ਜੀ ਕਹਿੰਦੇ ਸਾਰਾ ਸੰਸਾਰ ਹੀ ਦੁਖੀ ਹੈ। ਕਾਹਦੇ ਕਰਕੇ? ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਕਾ ਦਾਸ। ਕਹਿੰਦੇ ਕੋਈ ਤਨ ਕਰਕੇ, ਕੋਈ ਮਨ ਕਰਕੇ, ਕੋਈ ਧਨ ਕਰਕੇ। ਧਨ ਸਰੀਰ ਕਰਕੇ, ਮਨ ਕਰਕੇ ਸਾਰੀ ਦੁਖੀ ਹੈ। ਕੋਈ ਧਨ ਕਰਕੇ, ਧਨ ਤੋਂ ਭਾਵ ਪੈਸੇ। ਉਹ ਕਹਿੰਦਾ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੋਹੂੰ ਬਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। 100 ਵਾਲਾ ਕਹਿੰਦਾ ਲੱਖ ਹੋ ਜੇ, 100 ਵਾਲਾ ਕਹਿੰਦਾ 1000 ਹੋ ਜੇ, 1000 ਵਾਲਾ ਕਹਿੰਦਾ ਲੱਖ ਹੋ ਜੇ, ਲੱਖ ਵਾਲਾ ਕਹਿੰਦਾ ਜੇ ਹੁਣ ਕਰੋੜ ਦੇ ਨੇੜੇ ਜੇ ਪਹੁੰਚੀਏ ਤਾਂ ਸੁਖੀ ਹੈ, ਕਰੋੜ ਵਾਲਾ ਕਹਿੰਦਾ ਅਰਬ ਦੇ ਨੇੜੇ ਪਹੁੰਚੀਏ ਫੇਰ ਸੁਖੀ ਹੋਵਾਂਗੇ, ਅਰਬ ਵਾਲਾ ਕਹਿੰਦਾ 10 ਅਰਬ ਕੋਲੇ ਪਹੁੰਚ ਜੀਏ, 10 ਅਰਬ ਵਾਲਾ ਕਹਿੰਦਾ ਸੰਖ ਕੋਲੇ ਪਹੁੰਚ ਜੀਏ, ਸੰਖ ਵਾਲਾ ਕਹਿੰਦਾ ਨੀਲ ਕੋਲੇ ਪਹੁੰਚ ਜੀਏ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ ਹੈ। ਕਿਸੇ ਨੇ ਕਿਹਾ ਵੀ ਚਲੋ 1000 ਆ ਗਿਆ, ਬੜਾ ਵੀ ਐਨ ਆਨੰਦ ਹੈ, ਕੋਈ ਗੱਲ ਹੀ ਨਹੀਂ ਯਾਰ, ਬਹੁਤ ਹੈ 1000। ਉਹ ਕਹਿੰਦੇ ਨਹੀਂ, ਜਿੰਨਾ ਚਿਰ 2000 ਨਹੀਂ ਹੁੰਦਾ ਨਾ ਉਹਨਾਂ ਚਿਰ ਚੈਨ ਨਹੀਂ ਆਉਂਦੀ ਮੈਨੂੰ। ਇਸੇ ਤਰ੍ਹਾਂ ਵਿਦਵਾਨ ਲਿਖਦੇ ਨੇ, ਕਹਿੰਦੇ ਜਿਵੇਂ ਇੱਕ ਮਨੁੱਖ ਦੀ ਭੁੱਖ ਨਹੀਂ ਨਾ ਬੁਝਦੀ, ਜੇ ਤੁਸੀਂ ਅੱਗ ਨੂੰ ਕਹੋ ਨਾ ਅੱਗ ਮੱਚ ਰਹੀ ਹੋਵੇ, ਉਸ ਅੱਗ ਨੂੰ ਕਹੋ ਵੀ ਹੁਣ ਤੇਰੇ ਉੱਤੇ ਅਸੀਂ ਲੱਕੜਾਂ ਨਹੀਂ ਪਾਉਂਦੇ, ਤੇਰੀ ਭੁੱਖ ਬੁਝ ਗਈ, ਉਹ ਕਹੂਗੀ ਨਹੀਂ ਹਜੇ ਨਹੀਂ ਬੁਝੀ, ਹੋਰ ਧਰੋ ਲੱਕੜ, ਹੋਰ ਧਰਤੀ ਅੱਗ ਦਾ ਭੰਬੜ ਤੇਜ਼ ਹੋ ਗਿਆ। ਕਹਿੰਦੇ ਹੁਣ ਉਹ ਕਹਿੰਦੀ ਨਹੀਂ ਹਜੇ ਵੀ ਨਹੀਂ ਬੁਝੀ, ਹੋਰ ਵੱਡਾ ਖੁੰਡ ਲਾ ਦਿੱਤਾ, ਉਹਨੂੰ ਵੀ ਅੱਗ ਲੱਗ ਗਈ। ਫਿਰ ਅੱਗ ਨੇ ਪੁੱਛਿਆ ਹੋਰ, ਕਹਿੰਦੀ ਨਹੀਂ। ਫਿਰ ਪਰਮਾਤਮਾ ਨੇ 3 ਜਣਿਆਂ ਦਾ ਜ਼ਿਕਰ ਕਰਕੇ ਦੇਖਿਆ, ਰਾਜਾ ਹੋਇਆ, ਇੱਕ ਅੱਗ ਹੋਈ ਤੇ ਇੱਕ ਆਮ ਮਨੁੱਖ ਹੋਇਆ। ਕਹਿੰਦੇ ਤਿੰਨਾਂ ਦੀ ਭੁੱਖ ਨਹੀਂ ਮਿਟਦੀ। ਰਾਜੇ ਰਾਜ ਕਰਕੇ ਨਹੀਂ ਰੱਜਦੇ, ਜਿਹੜੀ ਅੱਗ ਹੈ ਉਹ ਲੱਕੜਾਂ ਤੋਂ ਬਿਨਾਂ ਰੱਜਦੀ ਨਹੀਂ ਹੈ। ਤੇ ਪਿਆਰ ਵਿੱਚ ਆ ਕੇ ਰੱਬ ਦੇ ਫਕੀਰ ਕਹਿੰਦੇ ਹੁੰਦੇ ਸੀ, ਉਹ ਕੀ ਕਹਿੰਦੇ ਜੀ, ਭੁੱਖ ਮਨ ਦੀ ਕਦੇ ਨਾ ਬਈ, ਉਤਰੇ ਰਾਜੇ ਨਾ ਰਾਜ ਦੇ ਰਾਜ ਕਰਕੇ, ਮਨ ਦੀ ਕਦੇ ਨਾ ਉਤਰੇ ਰਾਜੇ ਨਾ ਰਾਜ ਦੇ ਰਾਜ ਕਰਕੇ। ਬੋਲੋ ਬਈ, ਬੋਲਿਆ ਕਰੋ, ਰਾਜੇ ਨਾ ਰਾਜ ਦੇ ਰਾਜ ਕਰਕੇ, ਭੁੱਖ ਮਨ ਦੀ ਕਦੇ ਨਾ ਉਤਰੇ, ਰਾਜੇ ਨਾ ਰਾਜ ਦੇ ਰਾਜ ਕਰਕੇ। ਜੀ ਭੁੱਖ ਮਨ ਦੀ ਕਦੇ ਨਾ ਉਤਰੇ, ਕਦੇ ਨਾ
ਉਤਰੇ ਰਾਜੇ ਰਾਜ ਦੇ ਰਾਜ ਕਰਕੇ ਨਾ ਉਤਰੇ ਰਾਜੇ ਨਾ ਰਾਜ ਦੇ ਰਾਜ ਕਰਦੇ ਭੁੱਖ ਮਨ ਦੀ ਕਦੇ ਨਾ ਉਤਰੇ ਰਾਜੇ ਨਾ ਰਾਜ ਦੇ ਰਾਜ ਕਰਕੇ ਭੁੱਖ ਮਨ ਦੀ ਕਦੇ ਨਾ ਉਤਰੇ ਰਾਜੇ ਨਾ ਰਾਜ ਦੇ ਰਾਜ ਕਰਕੇ ਰਾਣੀ ਨੇ ਉਹ ਰਾਜੇ ਨੇ ਤੇ ਮਹਾਰਾਜ ਦੇ ਚਰਨਾਂ ਵਿੱਚ ਬੜਾ ਕੁਝ ਕਿਹਾ। ਮਹਾਰਾਜ ਕਹਿਣ ਲੱਗੇ ਚਲੋ ਕੋਈ ਨਹੀਂ, ਪ੍ਰਸ਼ਾਦਾ ਛਕਾਇਆ, ਭੋਜਨ ਬਹੁਤ ਵੱਡਾ ਮਹੱਤਵ ਹੈ। ਭੋਜਨ ਕਿਸੇ ਭੁੱਖੇ ਨੂੰ ਭੋਜਨ ਛਕਾ ਦੇਣਾ ਨਾ, ਉਹਦੀ ਖੁਸ਼ੀ ਲੈ ਲੈਣੀ, ਭਾਵੇਂ ਉਹ ਬੋਲ ਕੇ ਨਾ ਕਹੇ। ਕਈਆਂ ਦੇ ਮਨ ਵਿੱਚ ਹੁੰਦਾ ਨਾ ਬੋਲ ਕੇ ਕਹੇ ਵੀ ਹਾਂ ਬਈ ਬੜਾ ਵਧੀਆ, ਨਹੀਂ, ਭੋਜਨ ਛਕਾ ਦਿਓ, ਉਹਦਾ ਮਨ ਤ੍ਰਿਪਤ ਹੋ ਜੇ, ਉਹਦੀਆਂ ਆਂਦਰਾਂ ਨੇ ਅਸੀਸ ਦੇ ਦੇਣੀ ਹੈ ਵੀ ਬੜਾ ਮਨ ਤ੍ਰਿਪਤ ਹੋ ਗਿਆ, ਬੜੇ ਚਿਰ ਦਾ ਭੁੱਖਾ ਸੀ ਮੈਂ। ਗੱਲ ਕਈ ਬੋਲ ਕੇ ਨਹੀਂ ਕਹੀ ਜਾਂਦੀ ਹੁੰਦੀ, ਪਰ ਉਹਨਾਂ ਅੰਦਰੋਂ ਅੰਦਰਲੀ ਅਸੀਸ ਦੇ ਨਾਲ ਮਨੁੱਖ ਤਰ ਜਾਂਦਾ ਹੁੰਦਾ। ਪਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਇਹੀ ਹੈ, ਬੋਲ ਕੇ ਕਹੀ ਜਾਓ, ਰੌਲਾ ਪਾਈ ਜਾਓ। ਬਾਹਰ ਕਹਿੰਦੇ ਕੋਈ ਗਾਵਾ ਰਾਗੀ ਨਾਦੀ ਬੇਦੀ ਵ ਭਾਂਤ ਕਈ ਨਹੀਂ, ਹਰ ਹਰ ਭੀਜੈ ਰਾਮ ਰਾਜੇ। ਕਹਿੰਦੇ ਉਹ ਇਸ ਤਰ੍ਹਾਂ ਨਹੀਂ ਉਹ ਭਿੱਜਦਾ, ਉਹ ਕਾਹਦੇ ਨਾਲ, ਇੱਕ ਹੂਕ ਅੰਦਰਲੀ ਹੂਕ ਦੇ ਨਾਲ ਭਿੱਜਦਾ ਹੈ। ਵੀ ਇਹ ਨਹੀਂ ਵੀ ਬੋਲ ਕੇ ਬਲ, ਇਹਦੇ ਨਾਲ ਲੋਕ ਖੁਸ਼ ਹੋ ਜਾਂਦੇ ਨੇ। ਲੋਕ ਜੇ ਆਪਾਂ ਬੋਲਤਾ ਨਾ ਕਿਸੇ ਦਾ ਤੇ ਉਹ ਲੋਕ ਤਾਂ ਖੁਸ਼ ਹੋ ਜਾਣਗੇ ਵੀ ਬੜਾ ਵਧੀਆ ਕਰਿਆ, ਪਰ ਰੱਬ ਨੂੰ ਪੁੱਛ ਕੇ ਦੇਖੋ ਤੂੰ ਖੁਸ਼ ਹੋ ਗਿਆ? ਉਹ ਕਹਿਣ ਲੱਗਿਆ ਨਹੀਂ, ਉਹ ਤਾਂ ਮਹਾਰਾਜ ਜੀ ਤੇ ਇੱਥੋਂ ਤੇ ਲਿਖਿਆ ਐ ਘਰ ਕਰੇ ਕਰ ਨਾਮ ਹੱਥਾਂ ਦਾ। ਕਹਿੰਦੇ ਐ ਘਰ ਕਰੇ ਸੋ ਐ ਘਰ ਪਾਏ, ਕੋਈ ਨਾ ਪਕੜੀਏ ਕਿਸੇ ਦੀ ਥਾਈ। ਕਿਸੇ ਦੀ ਦੱਸਣ ਦੀ ਲੋੜ ਤਾਂ ਮਹਾਰਾਜ ਜੀ ਕਹਿੰਦੇ ਨਹੀਂ ਹੈ। ਜੇ ਤੂੰ ਆ ਹੱਥ ਨਾਲ ਵੀ ਜੇ ਤੈਂ ਗੋਲਕ ਵਿੱਚ ਜਾਂ ਗੁਰੂ ਦੇ ਚਰਨਾਂ ਵਿੱਚ ਕੁਛ ਅਰਪਣ ਕੀਤਾ ਨਾ, ਆ ਹੱਥ ਨਾਲ ਇਹਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਐਡਾ ਜਿਹੜਾ ਉੱਚਾ ਤੇ ਸੁੱਚਾ ਮਾਰਗ ਹੈ। ਤੇ ਲੋਕ ਤਾਂ ਮਾੜੀ ਜੀ ਗੱਲ ਪਿੱਛੇ ਬਸ ਛਾਂ ਨੂੰ ਦੇਖ ਕੇ ਹੀ ਕਹਿ ਦਿੰਦੇ ਨੇ ਵੀ ਆਹ ਕਿਉਂ ਆ ਗਈ। ਬੋਲੋ ਸਤਨਾਮ ਵਾਹਿਗੁਰੂ। ਰਾਜਾ ਤੇ ਰਾਣੀ ਕਹਿਣ ਲੱਗਿਆ ਦੇਖ ਮਹਿਲ ਕਿੱਡੇ ਕਿੱਡੇ ਨੇ, ਕਿਰਪਾ ਕਰ ਦਿਓ। ਜਿਸ ਘਰ ਦੀਵਾ ਨਾ ਬਲੇ ਨਾ ਘਰ ਖੇਡੇ ਬਾਲ, ਉਸ ਦਾ ਘਰ ਕਰ ਕਿਆ ਦੰਜਣਾ ਜੋ ਆਪ ਦੰਜਿਆ ਕਰਤਾਰ। ਕਹਿੰਦੇ ਲੋਕ ਦੁਨੀਆ ਦੇ ਪਤਾ ਜਿਹਦੇ ਘਰ ਪੁੱਤਰ ਨਹੀਂ ਹੁੰਦਾ, ਧੀ ਨਾ ਹੋਵੇ, ਉਹਨੂੰ ਬਹੁਤ ਅਪਸ਼ਬਦ ਬੋਲਦੇ ਨੇ ਦੁਨੀਆ ਦੇ ਲੋਕ, ਪਰ ਬੋਲਣ ਨਹੀਂ ਚਾਹੀਦੇ। ਦਿਲ ਦਰਵਾਜ਼ਾ ਰੱਬ ਦਾ ਕੱਲ ਵੀ ਮੈਰਿਜ ਕਰੀ ਸੀ, ਇਹਨੂੰ ਨਾ ਤੂੰ ਢਾਹ, ਫੇਰ ਬਣਾਉਣਾ ਔਖਾ ਹੋ ਜੂ, ਤੂੰ ਲੰਘੇਗਾ ਕਿਹੜੇ ਰਾਹ। ਦੁਨਿਆਵੀ ਲੋਕ ਇੱਕ ਤਾਂ ਉਹ ਮਨੁੱਖ ਦੁਖੀ ਹੁੰਦਾ, ਇੱਕ ਉਹਦੇ ਸੱਟ ਇਹੋ ਜਿਹੀ ਮਾਰਦੇ ਨੇ, ਕਹਿਣਗੇ ਇਹ ਔਤਰਿਆਂ ਦਾ ਘਰ ਹੈ, ਉਹ ਇਹਨਾਂ ਦੇ ਤਾਂ ਕੋਈ ਵੀ ਨਹੀਂ ਹੈ। ਇਹੋ ਜਿਹਾ ਇੱਕ ਸ਼ਬਦ ਬੋਲਣ ਦੇ ਨਾਲ ਕਹਿੰਦੇ ਕੱਟੇ ਪਰਾਇਆ ਆਪਣਾ ਜੀਭਾ ਦੀ ਤਲਵਾਰ। ਕਹਿੰਦੇ ਇੱਕ ਲੋਕ ਤਾਂ ਤਲਵਾਰ ਮਾਰ ਕੇ, ਇੱਕ ਡਾਂਗ ਮਾਰ ਕੇ, ਇੱਕ ਠਾਣੇ ਫਸਾ ਕੇ, ਇੱਕ ਜੇਲ੍ਹ ਫੜਾ ਕੇ ਲੋਕ ਕੱਢਦੇ ਨੇ ਨਾ ਬੈਰ। ਕਹਿੰਦੇ ਇੱਕ ਆ ਜ਼ੁਬਾਨ ਨਾਲ ਵੀ ਜਿਹੜਾ ਉਹ ਕਿਸੇ ਦਾ ਹਿਰਦਾ ਜਿਹੜਾ ਦੁਖੀ ਕਰ ਦਿੰਦਾ। ਕੱਟੇ ਪਰਾਇਆ ਆਪਣਾ, ਪਰਾਇਆ ਕਿਸੇ ਦਾ, ਜੀਭਾ ਦੀ ਤਲਵਾਰ। ਕਹਿੰਦੇ ਜੀਭਾ ਜਿਹੜੀ ਹੈ ਨਾ ਤਲਵਾਰ ਨਾਲੋਂ ਵੱਧ ਕੇ ਕੰਮ ਕਰਦੀ ਹੈ। ਕਹਿੰਦੇ ਨਹੀਂ ਦੁਨੀਆ ਦੇ ਲੋਕ, ਕਹਿੰਦੇ ਤਲਵਾਰ ਦਾ ਫੱਟ ਮਿਲ ਜਾਂਦਾ, ਪਰ ਜੀਭ ਦਾ ਬੋਲਿਆ ਹੋਇਆ ਫੱਟ ਨਹੀਂ ਮਿਲਦਾ ਹੁੰਦਾ। ਮਿਲ ਤਾਂ ਜਾਂਦਾ, ਬਸ ਇੱਕ ਥੋੜੀ ਜੀ ਵਿਚਾਰ ਦੀ ਹੋਈ ਗੱਲ ਹੈ, ਕੋਈ ਵੱਡੀ ਗੱਲ ਨਹੀਂ ਹੁੰਦੀ। ਜੇ ਕਿਸੇ ਨੇ ਕਹਿਤਾ ਵੀ ਕੋਈ ਗੱਲ ਨਹੀਂ, ਚੱਲ ਕਹਿਤਾ ਸਹੀ, ਪਰ ਇੱਕ ਮਨੁੱਖ ਐਸਾ ਹੁੰਦਾ ਉਹਨੂੰ ਦਿਲ ਤੇ ਲਾ। ਇਹ ਕਿਹਾ ਕਿਉਂ, ਇਹ ਹੁੰਦਾ ਕੌਣ ਹੈ ਕਹਿਣ ਵਾਲਾ? ਕਰੋ ਫੋਨ ਬੁਲਾਓ ਕਿ ਰਹੇ ਹੁੰਦੇ ਕੌਣ ਨੇ, ਬਸ ਇਦੋਂ ਗੱਲ ਵੱਧ ਗਈ। ਬੋਲੋ ਸਤਨਾਮ ਵਾਹਿਗੁਰੂ। ਰਾਜੇ ਨੇ ਕਿਹਾ ਮਹਾਰਾਜ ਫਿਰ ਕਰ ਦਿਓ ਕਿਰਪਾ, ਮਹਿਲਾਂ ਨੂੰ ਸਾਂਭਣ ਵਾਲਾ। ਰਾਜਨ ਉਹ ਭਾਵੇਂ ਤੇਰੇ ਘਰ ਦੇ ਵਿੱਚ ਲਿਖਿਆ ਨਹੀਂ ਹੈ, ਮੈਂ ਨਿਗਾਹ ਮਾਰ ਕੇ ਵੇਖੀ ਤੇਰੇ ਘਰ ਵਿੱਚ ਪੁੱਤਰ ਲਿਖਿਆ ਨਹੀਂ ਹੈ। ਛੋਟੀ ਜੀ ਬੱਚੀ ਨੌਕਰਾਨੀ ਕੋਲੇ ਖੜੀ, ਉਹਨੇ ਹੱਥ ਬੰਨ ਕੇ ਆਖਿਆ ਮਹਾਰਾਜ ਜੇ ਉੱਥੇ ਲਿਖਣਾ ਭੁੱਲ ਗਏ ਫਿਰ ਇੱਥੇ ਲਿਖ ਦਿਓ। ਲਿਖਣ ਵਾਲੇ ਕੌਣ ਹੋ? ਤੁਸੀਂ ਹੀ ਹੋ। ਦਰਗਾਹ ਦੇ ਵਿੱਚ ਵੀ ਲਿਖਣ ਵਾਲੇ ਤੁਸੀਂ ਹੋ ਤੇ ਇੱਥੇ ਵੀ ਲਿਖਣ ਵਾਲੇ ਤੂੰ ਹੋ, ਤੇ ਕਿਰਪਾ ਕਰ ਦਿਓ ਇੱਥੇ ਲਿਖ ਦਿਓ। ਭੋਜਨ ਛਕਾਇਆ, ਮਹਾਰਾਜ ਜੀ ਤ੍ਰਿਪਤ ਹੋ ਗਏ ਭੋਜਨ ਛਕ ਕੇ, ਤੇ ਅੰਦਰਲੀ ਹੂਕ ਆਈ। ਫਿਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਹਸਤ ਕਮਲ ਦੇ ਵਿੱਚ ਇੱਕ ਮੁੰਦੀ ਪਾਈ ਹੋਈ ਹੈ, ਆਪਾਂ ਛਾਪ ਕਹਿ ਦਿੰਨੇ ਆ। ਉਹ ਮਹਾਰਾਜ ਜੀ ਨੇ ਮੁੰਦੀ ਕੱਢੀ ਹੱਥ ਵਿੱਚੋਂ, ਰਾਜੇ ਰਾਮ ਰਾਜ ਦੇ ਮਸਤਕ ਨੂੰ ਲਾ ਦਿੱਤੀ। ਲੈ ਤੇਰੇ ਘਰ ਵਿੱਚ ਪੁੱਤਰ ਆਊਗਾ, ਉਹ ਆ ਦੁਨਿਆਵੀ ਪੁੱਤਰ ਨਹੀਂ ਹੋਣਾ ਜਿਹੜੇ ਅੱਜ ਦੇ ਪੁੱਤਰ ਨੇ, ਇਹ ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਬਖਸ਼ਿਆ ਹੋਇਆ ਆਊਗਾ।
ਤੇ ਉਸ ਪੁੱਤਰ ਦੇ ਮਸਤਕ ਦੇ ਵਿੱਚ ਆਹ ਨਿਸ਼ਾਨ ਹੋਊਗਾ। ਦੇਖੋ ਦਾਅਵਾ ਕਰਕੇ ਕਹਿੰਦੇ ਨੇ, ਜਿੱਥੇ ਡਾਕਟਰ ਕਹਿੰਦੇ ਨੇ ਬਸ ਲੈ ਜਾਓ ਕੁਛ ਨਹੀਂ ਹੈ। ਗੁਰੂ ਨਾਨਕ ਨੇ ਕਿਹਾ, ਕਹਿਤਾ ਡਾਕਟਰਾਂ ਨੇ, ਕਹਿੰਦੇ ਜੀ ਹਾਂ, ਵੱਡੇ ਤੋਂ ਵੱਡੇ ਡਾਕਟਰਾਂ ਨੇ ਕਹਿਤਾ ਵੀ ਲੈ ਜਾਓ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੀ ਕਹਿਤਾ ਤਾਂ ਉਰੇ ਲਿਆਓ, ਫਿਰ ਆ ਜਾਓ। ਗੁਰੂ ਨਾਨਕ ਦੇ ਘਰ ਦੀ ਮੋਹਰ ਲਵਾ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗ ਜੂ ਗੁਰੂ ਨਾਨਕ ਦੇ ਘਰ ਦੇ ਵਿੱਚ ਕਿੱਡੀ ਕੁ ਵੱਡੀ ਤਾਕਤ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤੇ ਬਸ ਫਿਰ ਡਾਕਟਰਾਂ ਨੇ ਕਹਿ ਦਿੱਤਾ, ਗੁਰੂ ਤੇਗ ਬਹਾਦਰ ਨੇ ਮਹਾਰਾਜ ਨੇ ਮੋਹਰ ਲਾ ਦਿੱਤੀ ਤੇ ਬਸ ਤਾਰ ਕੇ ਫਿਰ ਉੱਥੋਂ ਮਹਾਰਾਜ ਜੀ ਨੇ ਫਿਰ ਉਸ ਮਹਿਲਾਂ ਨੂੰ ਬੜੇ ਪਾਵਨ ਪਵਿੱਤਰ ਚਰਨਾਂ ਦੇ ਨਾਲ, ਅੰਮ੍ਰਿਤਮਈ ਵਚਨਾਂ ਦੇ ਨਾਲ, ਚਰਨਾਂ ਦੀ ਧੂੜੀ ਦੇ ਨਾਲ ਉਸ ਤਪਦੇ ਹੋਏ ਮਹਿਲ ਨੂੰ, ਅੱਗ ਵਰਗੇ ਤਪਦੇ ਮਹਿਲ ਨੂੰ ਠਾਰਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਭਾਈ ਹੁਣ ਸਾਨੂੰ ਅੱਗੇ ਛੁੱਟੀ ਦਿਓ, ਜਾਣਾ ਹੈ। ਦੋ ਰਾਜਿਆਂ ਦੀ ਫਿਰ ਸੰਧੀ ਕਰਾਈ ਮਹਾਰਾਜ ਜੀ ਨੇ। ਭਾਵ ਉਹ ਐ ਤਿਆਰ ਸੀ ਮਰਨ ਮਰਾਉਣ ਦੇ ਉੱਤੇ, ਤੇ ਗੁਰੂ ਜੀ ਦੇ ਦਰਸ਼ਨ ਕਰਕੇ ਦੋਨੋਂ ਰਾਜੇ ਸ਼ਾਂਤ ਹੋ ਗਏ। ਮਹਾਰਾਜ ਜੀ ਕਹਿੰਦੇ, ਉਨਾ ਹੀ ਧਨ ਤੇਰੇ ਕੋਲੇ, ਉਨਾ ਹੀ ਤੇਰੇ। ਸਮਝਾਉਣ ਦਾ ਇੱਕ ਤਰੀਕਾ ਹੁੰਦਾ, ਇਕੱਠ ਕਾਹਤੋਂ ਕਰਦੇ ਜਿਵੇਂ ਸਾਡੇ ਘਰ ਕੋਈ ਲੜਾਈ ਝਗੜਾ ਹੋਵੇ, ਆਪਾਂ ਕਹਿੰਦੇ ਨਹੀਂ ਉਹ ਬੰਦੇ ਨੂੰ ਬੁਲਾ ਲਓ, ਉਸ ਬੰਦੇ ਨੂੰ ਬੁਲਾ ਲਓ, ਫਲਾਣੇ ਨੂੰ ਬੁਲਾ ਲਓ। 10 ਬੰਦੇ ਇਕੱਠੇ ਹੋਏ, ਦੋਨਾਂ ਧਿਰਾਂ ਨੂੰ ਸਮਝਾਇਆ, ਉਹਨੂੰ ਵੀ ਸਮਝਾਤਾ, ਉਹਨੂੰ ਵੀ ਸਮਝਾਤਾ। ਉਹ ਭਾਈ ਇਹਨਾਂ ਗੱਲਾਂ ਵਿੱਚ ਕੋਈ ਜਿਹੜਾ ਉਹ ਤੰਤ ਨਹੀਂ ਹੁੰਦਾ। ਠੀਕ ਹੈ, ਵਧਾ ਲਓ ਜਿੰਨੀ ਮਰਜ਼ੀ, ਇਹ ਵੀ ਚਲੇ ਜਾਣਗੇ ਥਾਣੇ, ਤੂੰ ਵੀ ਚਲਿਆ ਜਾਏਗਾ, ਤੁਹਾਨੂੰ ਵੀ ਫੜ ਕੇ ਲੈ ਜਾਣਗੇ। ਉਹਨਾਂ ਨੂੰ ਇਹੀ ਹੁੰਦਾ ਸਮਝਾਉਣ ਦਾ। ਉਹ ਦੋਨਾਂ ਨੂੰ ਸਮਝਾਇਆ, ਉਹ ਦਿਮਾਗ ਵਿੱਚ ਗੱਲ ਬੈਠ ਗਈ। ਉਹ ਆਪਾਂ ਨੂੰ ਸਿਆਣੇ ਬੰਦਿਆਂ ਨੇ ਇਹ ਗੱਲ ਆਖੀ, ਆਪਾਂ ਮੁੜਿਆ ਉਹ ਪਿੱਛੇ ਮੁੜੇ, ਉਹਨਾਂ ਦਾ ਘਰ ਵਸ ਗਿਆ। ਮਹਾਰਾਜ ਜੀ ਨੇ ਇਸੇ ਤਰ੍ਹਾਂ ਜਾ ਕੇ ਸਮਝਾਇਆ। ਜਦੋਂ ਗੁਰੂ ਜੀ ਦੇ ਦਰਸ਼ਨ ਕਰੇ ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਗੁਰੂ ਜੀ ਦੇ ਦਰਸ਼ਨ ਕਰਕੇ ਦਰਸ਼ਨ ਭੇਟ ਤਰੀ ਸਖੀ, ਭੂਲ ਗਈ ਸੁਧ ਸਾਥ। ਮਹਾਰਾਜ ਜੀ ਉਹਨਾਂ ਦੀ ਸੰਧੀ ਕਰਾ ਕੇ ਉੱਥੇ ਸੰਗਤ ਨੂੰ ਤਾਰਦੇ ਨੇ। ਮੁਰਪਤ ਪੂਰਬ ਕੀਓ ਸਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਤੇ ਇਧਰ ਧਨ ਬਾਜਾਂ ਵਾਲੇ ਦਾ ਫਿਰ ਆਗਮਨ ਪੁਰਬ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਦੇ ਵਿੱਚ ਪੋਹ ਸੁਦੀ ਸੱਤੇ ਨੂੰ ਅੰਮ੍ਰਿਤ ਵੇਲੇ ਧੰਨ ਮਾਤਾ ਗੁਜਰੀ ਦੀ ਪਾਵਨ ਪਿੱਤਰ ਕੁੱਖ ਤੋਂ ਅਵਤਾਰ ਹੋਇਆ। ਧੰਨ ਬਾਜਾਂ ਵਾਲੇ ਦਾ ਪਹਿਲੇ ਜਨਮ ਦਾ ਜਿਹੜਾ ਉਹ ਬਚਨ ਕੀਤਾ ਅੱਜ ਪੂਰਾ ਕਰ ਦਿੱਤਾ। 10ਵਾਂ ਜਾਮਾ ਤੇਰੀ ਹਵੇਲੀ ਵਿੱਚ ਲੰਮਾ ਗਿਆ। ਇਹ ਖਬਰਾਂ ਚਿੱਠੀਆਂ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲੇ ਸਿੱਖਾਂ ਨੇ ਪਹੁੰਚਾਈਆਂ। ਮਹਾਰਾਜ ਤੁਹਾਡੇ ਘਰ ਪੁੱਤਰ ਹੋਇਆ ਹੈ। ਮਹਾਰਾਜ ਦੂਰ ਬੈਠੇ ਨੇ, ਉੱਥੇ ਹੀ ਪੁੰਨ ਦਾਨ ਕੀਤਾ। ਮਹਾਰਾਜ ਜੀ ਕਹਿੰਦੇ, ਪੁੰਨ ਦਾਨ ਦਿਨ ਕਰਤ ਬਤਾਏ। ਇਹ ਦਸਮ ਦੀ ਬਾਣੀ ਹੈ। ਪੁੰਨ ਦਾਨ ਦਿਨ ਕਰਤ ਬਤਾਏ, ਕਹਿੰਦੇ ਉੱਥੇ ਹੀ ਪੁੰਨ ਦਾਨ ਕੀਤਾ। ਕਿਉਂ? ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਿਓ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਫਿਰ ਪੁੱਤਰ ਨੇ ਜਦੋਂ ਜਨਮ ਲਿਆ। ਕਹਿੰਦੇ 4 ਸਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਪੁੱਤਰ ਕੋਲ ਨਹੀਂ ਆਏ। 4 ਸਾਲ। ਤੇ ਉਧਰ ਧੰਨ ਸੀ ਉਹ ਪਟਨੇ ਦੀ ਧਰਤੀ, ਜਿੱਥੇ ਧੰਨ ਬਾਜਾਂ ਵਾਲੇ ਦਾ ਪਾਵਨ ਪਵਿੱਤਰ ਅਵਤਾਰ ਹੋਇਆ। ਉਹ ਧਰਤੀ ਧੰਨ ਸੀ ਨਨਕਾਣੇ ਦੀ, ਜਿੱਥੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ। ਧੰਨ ਸੀ ਉਹ ਬਿੰਦਰਾਵਨ ਦੀ ਧਰਤੀ। ਧੰਨ ਧੰਨ ਵਨ ਖੰਡ ਬਿੰਦਰਾਵਨਾ, ਜੈ ਖੇਲੇ ਸ੍ਰੀ ਨਾਰਾਇਣ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦਾ ਆ ਪਾਵਨ ਪਵਿੱਤਰ ਅਵਤਾਰ ਹੋਇਆ। ਭਗਤ ਨਾਮਦੇਵ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਫਰਮਾਨ ਕਰਿਆ ਹੈ। ਮਹਾਰਾਜ ਜੀ ਕਹਿੰਦੇ ਉਹ ਧਰਤੀ ਪਟਨੇ ਦੀ, ਉਹ ਮਾਣ ਪਾਗੀ ਵਈ ਪਟਨੇ ਦੀ ਧਰਤੀ, ਦੇ ਕੇ ਅਵਤਾਰ ਗੁਰਾਂ ਨੂੰ। ਮਾਣ ਪਾਗੀ ਪਟਨੇ ਦੀ ਧਰਤੀ, ਦੇ ਕੇ ਅਵਤਾਰ ਗੁਰਾਂ ਨੂੰ। ਮਾਣ ਪਾਗੀ ਪਟਨੇ ਦੀ ਧਰਤੀ, ਦੇ ਕੇ ਅਵਤਾਰ ਗੁਰਾਂ ਨੂੰ। ਮਾਣ ਪਾਗੀ ਪਟਨੇ ਦੀ ਧਰਤੀ, ਦੇ ਕੇ ਅਵਤਾਰ ਗੁਰਾਂ ਨੂੰ। ਧਰਤੀ ਦੇ ਕੇ ਅਵਤਾਰ ਗੁਰਾਂ ਨੂੰ। ਮਾਣ ਪਾਗੀ ਪਟਨੇ ਦੀ ਧਰਤੀ, ਦੇ ਕੇ ਅਵਤਾਰ ਗੁਰਾਂ ਨੂੰ। ਹੋ ਮਾਣ ਪਾਗੀ ਪਟਨੇ ਦੀ ਧਰਤੀ, ਪਟਨੇ ਦੀ ਧਰਤੀ, ਦੇ ਕੇ ਅਵਤਾਰ ਗੁਰਾਂ। ਮਾਣ ਪਾਗੀ
ਧਰਤੀ ਉਹਦੇ ਕੇ ਅਵਤਾਰ ਗੁਰਾਂ ਨੂੰ ਮਾਨ ਪਾਗੀ ਪਟਨੇ ਦੀ ਧਰਤੀ ਦੇ ਕੇ ਅਵਤਾਰ ਗੁਰਾਂ ਨੂੰ ਮਾਨ ਪਾਗੀ ਪਟਨੇ ਦੀ ਧਰਤੀ ਦੇ ਕੇ ਅਵਤਾਰ ਗੁਰਾਂ ਨੂੰ ਵਾਹਿਗੁਰੂ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਪਟਨਾ ਸ਼ਹਿਰ ਵਿਖੇ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਾਵਲੇ। ਇਸ ਤਰ੍ਹਾਂ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਰਦਿਆਂ ਸੰਗਤ ਨੂੰ ਅੱਜ ਫਿਰ ਉਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਮਹਾਰਾਜ ਜੀ ਨੇ ਭਾਗ ਲਾਏ। ਬੈ ਖਰੀਦੀ ਮੁੱਲ ਉਹਨਾਂ ਰਾਜਿਆਂ ਤੋਂ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਧਰਤੀ ਖਰੀਦੀ ਨਾ, ਉਸ ਧਰਤੀ ਦੇ ਉੱਤੇ ਇੱਕ ਅੱਖ ਤੋਂ ਕਾਣਾ ਦੈਂਤ ਰਹਿੰਦਾ, ਜਿਹਦਾ ਨਾਮ ਇਤਿਹਾਸਕਾਰ ਨੇ ਮੱਖਾ ਦੈਂਤ ਲਿਖਿਆ। ਇੱਕ ਅੱਖ ਤੋਂ ਕਾਣਾ, ਮੈਂ ਤੁਹਾਡੇ ਨਾਲ ਪਿੱਛੇ ਵੀ ਇਤਿਹਾਸ ਸਾਂਝਾ ਕੀਤਾ ਸੀ। ਇੱਕ ਅੱਖ ਤੋਂ ਕਾਣਾ ਮਹਾਰਾਜ ਜੀ ਨੇ ਧਰਤੀ ਮੁੱਲ ਲੈ ਲਈ। ਜਦੋਂ ਮਹਿਲ ਬਣਾਉਣ ਲੱਗੇ ਨਾ, ਉੱਥੇ ਨਿਉਆਂ ਪੱਟੀਆਂ ਗਈਆਂ, ਮਿਸਤਰੀ ਆ ਗਏ ਤੇ ਸਵੇਰ ਸ਼ਾਮ ਦਾ ਸਾਰਾ ਦਿਨ ਕੰਮ ਚੱਲਿਆ। ਸ਼ਾਮ ਨੂੰ ਮਹਾਰਾਜ ਜੀ ਆਪਣੇ ਤਖਤ ਉੱਤੇ ਬੈਠੇ ਆਰਾਮ ਕਰ ਲੱਗੇ। ਉਹ ਇੱਕ ਅੱਖ ਤੋਂ ਕਾਣਾ ਦੈਂਤ ਮਹਾਰਾਜ ਜੀ ਦੇ ਸਾਹਮਣੇ ਆ ਗਿਆ। ਆ ਕੇ ਕਹਿਣ ਲੱਗਿਆ, ਮਹਾਰਾਜ ਇਹ ਧਰਤੀ ਮੇਰੀ ਹੈ। ਮਹਾਰਾਜ ਜੀ ਕਹਿਣ ਲੱਗੇ, ਠੀਕ ਹੈ, ਤੂੰ ਕੌਣ ਹੈ? ਕਹਿੰਦੇ ਮੇਰਾ ਨਾਮ ਹੈ ਮੱਖਾ ਦੈਂਤ ਹੈ, ਮੈਂ ਇੱਕ ਵੱਡਾ, ਤੇ ਇਹ ਧਰਤੀ ਸਾਰੀ ਮੇਰੀ ਹੈ। ਮਹਾਰਾਜ ਜੀ ਕਹਿੰਦੇ ਆ ਇੱਕ ਅੱਖ ਤੋਂ ਕਾਣਾ, ਕਹਿੰਦੇ ਮੈਂ ਜਦੋਂ ਮਰਿਆ ਨਾ ਉਦੋਂ ਮੇਰੀ ਅੱਖ ਵਿੱਚ ਤੀਰ ਮਾਰਿਆ। ਮੈਂ ਇੱਕ ਅੱਖ ਤੋਂ ਜਿਹੜਾ ਉਹ ਸੂਰਮਾ ਹੈ, ਗੁਰੂ ਘਰ ਦੇ ਵਿੱਚ ਕਾਣਾ ਨਹੀਂ ਕਿਹਾ ਜਾਂਦਾ, ਉਹਨੂੰ ਜਿਹੜਾ ਨਾ ਲੱਖ ਨੇਤਰਾ ਕਿਹਾ ਜਾਂਦਾ, ਜਿਹਦੇ ਦੋਨੋਂ ਹੀ ਅੱਖਾਂ ਨਾ ਹੋਣ ਉਹਨੂੰ ਅੰਨਾ ਨਹੀਂ ਕਹਿੰਦੇ ਗੁਰੂ ਘਰ ਦੇ ਵਿੱਚ, ਉਹਨੂੰ ਕਹਿੰਦੇ ਨੇ ਇਹ ਹੈ ਜਿਹੜਾ ਜਿਹਦਾ ਸੂਰਮਾ ਸਿੰਘ ਹੈ, ਸੂਰਮਾ। ਇਸ ਕਰਕੇ ਕਹਿਣ ਤੋਂ ਭਾਵ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਠੀਕ ਹੈ ਧਰਤੀ ਤੇਰੀ ਹੋਣੀ ਹੈ, ਪਰ ਆਹ ਦੇਖ ਮੇਰਾ ਜਿਹੜਾ ਕਾਗਜ਼ ਤਿਆਰ ਕੀਤਾ ਹੋਇਆ, ਮੈਂ ਮੁੱਲ ਖਰੀਦੀ ਹੈ, ਧਰਤੀ ਹੁਣ ਮੇਰੀ ਬਣ ਗਈ। ਆਪਣੀ ਸ਼ਕਤੀ ਵਿਖਾਉਣ ਲੱਗਿਆ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਫਿਰ ਚਿੱਲੇ ਤੇ ਤੀਰ ਚਾੜ ਲਿਆ। ਫਿਰ ਉਹ ਸ਼ਬਦ ਮੁਖ ਵਿੱਚੋਂ ਨਿਕਲਿਆ, ਖੜ ਜਾ ਫਿਰ ਕਣਿਆ, ਤੈਨੂੰ ਮੈਂ ਦਿੰਨਾ ਪਤਾ। ਮਹਾਰਾਜ ਜੀ ਕਹਿੰਦੇ ਜਿਹੜੇ ਲੱਤੋਂ ਕੇ ਭੂਤੋਂ ਬੱਤੋਂ ਸੇ ਨਹੀਂ ਮੰਨਤੇ। ਇਹ ਫਿਰ 10ਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਹੱਥ ਬੰਨਿਆ ਤੋਂ ਜਿਹੜਾ ਕੰਮ ਲੋਟ ਨਾ ਆਵੇ ਨਾ, ਇਸ ਤਰ੍ਹਾਂ ਤੁਸੀਂ ਹੱਥ ਬੰਨੀ ਜਾਓ ਬੰਨੀ ਜਾਓ ਨਾ ਲੋਟ ਆਵੇ, ਕਹਿੰਦੇ ਫਿਰ ਸੋਟਾ ਚੱਕ ਲੋ ਢੂਹੇ ਚ ਮਾਰੋ, ਬੋਲੋ ਸਤਨਾਮ। ਹੁਣ ਤੇਰੇ ਮੂਰੇ ਸੀ ਹੱਥ ਵੀ ਬੰਨ ਲਏ, ਸਭ ਕੁਝ ਹੀ ਕਰ ਲਿਆ, ਫਿਰ ਜੀ ਨਹੀਂ ਕੰਮ ਲੋਟ ਆਉਂਦਾ ਫਿਰ ਤਾਂ ਕਾਲਕਾ ਚੰਡੀ ਦਾ ਰੂਪ ਦਿਖਾਉਣਾ ਹੀ ਪੈਂਦਾ ਹੈ। ਬਹੁਤੇ ਐਸੇ ਮੈਂ ਦੇਖਦਾ ਘਰ ਜਿਹੜੇ ਨੇ ਜਿੱਥੇ ਉਹ ਮਾੜੀ ਗੱਲ ਤੋਂ ਜਦੋਂ ਕੰਮ ਉੱਤੋਂ ਦੀ ਪਾਣੀ ਲੰਘ ਜੇ ਸਿਰ ਤੇ, ਫਿਰ ਮੈਂ ਕਹਿੰਦਾ ਉਹਨੇ ਉਠਾ ਲੈਣਾ ਚਾਹੀਦਾ ਡੰਡਾ, ਫਿਰ ਲੋਟ ਨਹੀਂ ਆਉਂਦਾ ਹੁੰਦਾ ਕੰਮ। ਮਹਾਰਾਜ ਜੀ ਕਹਿਣ ਲੱਗੇ ਮੈਂ ਮੁੱਲ ਖਰੀਦੀ ਹੈ, ਦੇਖ ਗੁਰੂ ਨਾਨਕ ਦਾ ਘਰ ਬਣਾਉਣਾ, ਮੈਂ ਆਪਣਾ ਨਹੀਂ ਘਰ ਬਣਾਉਣਾ। ਉਹ ਕਹਿੰਦਾ ਨਹੀਂ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਤੀਰ ਖਿੱਚ ਲਿਆ, ਸੱਚੇ ਪਾਤਸ਼ਾਹ ਫਿਰ ਮੈਨੂੰ ਰਹਿਣ ਵਾਸਤੇ ਕੋਈ ਜਗ੍ਹਾ ਦਿਓ, ਤੇ ਦੂਜਾ ਮੇਰੀ ਯਾਦ ਰਹਿ ਜਾਵੇ ਇੱਥੇ। ਮਹਾਰਾਜ ਜੀ ਕਹਿੰਦੇ ਹਾਂ ਇਹ ਗੱਲ ਤਾਂ ਠੀਕ ਹੈ, ਤੈਨੂੰ ਮੈਂ ਜਗ੍ਹਾ ਵੀ ਦਿੰਦਾ, ਤੇਰੀ ਯਾਦ ਵੀ ਰਹੂਗੀ। ਇਸ ਧਰਤੀ ਦਾ ਨਾਮ ਅੱਜ ਤੋਂ ਮੱਖਵਾਲ ਸਾਹਿਬ ਹੋ ਜਾਊਗਾ, ਤੇਰੀ ਧਰਤੀ ਹੈ, ਤੇਰੇ ਨਾਂ ਦੇ ਉੱਤੇ ਮੈਂ ਜਿਹੜਾ ਮਹਿਲ ਬਣਾ ਦੇਣਾ, ਮੈਨੂੰ ਰਹਿਣ ਵਾਸਤੇ ਜਗ੍ਹਾ। ਕਹਿੰਦੇ ਜਾ ਮਾਲਵੇ ਦੀ ਧਰਤੀ ਦੇ ਵਿੱਚ ਸ਼ਹਿਰ ਹੈ ਬਠਿੰਡਾ, ਉਸ ਬਠਿੰਡੇ ਸ਼ਹਿਰ ਦੇ ਵਿੱਚ ਇੱਕ ਕਿਲਾ ਬਣਿਆ ਹੋਇਆ, ਅੱਜ ਉਹ ਵਿਚਕਾਰ ਆ ਗਿਆ ਸ਼ਹਿਰ ਦੇ, ਬਹੁਤ ਸੋਹਣਾ ਗੁਰੂ ਘਰ ਬਣਿਆ ਉੱਥੇ। ਕਹਿੰਦੇ ਉਸ ਜਗ੍ਹਾ ਦੇ ਉੱਤੇ ਜਾ, ਉੱਥੇ ਤੇਰਾ ਰਹਿਣ ਵਸੇਰਾ ਹੋਊਗਾ, ਜਗ੍ਹਾ ਤੈਨੂੰ ਵਧੀਆ ਕਿਲੇ ਵਰਗੀ ਦੇ ਦਿੱਤੀ ਉੱਥੇ। ਫਿਰ ਉੱਥੋਂ ਆਨੰਦਪੁਰ ਸਾਹਿਬ ਤੋਂ ਜਿਹੜਾ ਦੈਂਤ ਸੀ ਚੱਲਿਆ, ਮਹਾਰਾਜ ਜੀ ਨੇ ਉਹਦਾ ਨਾਮ ਫਿਰ ਮੱਖਵਾਲ ਸਾਹਿਬ ਰੱਖ ਦਿੱਤਾ। ਜਿਹੜੀ ਉਹ ਬਣਦੀ ਗਈ ਜਗ੍ਹਾ ਬਣਦੀ ਗਈ। ਇੱਧਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ, ਛੋਟੀ ਉਮਰ ਹੈ, ਪੀਰ ਦੇ ਨਾਲ ਵੀ ਮਿਲਾਪ ਹੋਇਆ, ਹਾਣੀਆਂ ਦੇ ਨਾਲ ਵੀ ਖੇਡੇ। ਉਸ ਰਾਣੀ ਮੈਣੀ ਦੇ ਘਰ ਦੇ ਵਿੱਚ ਪੁੱਤਰ ਨਹੀਂ ਸੀ, ਰਾਣੀ ਮੈਣੀ ਚੌਂਕੜਾ ਮਾਰ ਕੇ ਬੈਠੀ ਹੈ, ਆਸ ਕਰਦੀ ਹੈ ਮੇਰੇ ਘਰ ਦੇ ਵਿੱਚ ਪੁੱਤਰ ਹੋਵੇ, ਤੇ ਪੁੱਤਰ ਹੋਵੇ ਵੀ ਬਾਲ ਗੋਬਿੰਦ ਰਾਏ ਵਰਗਾ, ਹੋਰ ਨਹੀਂ ਕਿਸੇ ਵਰਗਾ ਹੋਣਾ ਚਾਹੀਦਾ। ਰਾਣੀ ਮੈਣੀ ਬੈਠੀ ਹੈ, ਭੋਜਨ ਬਣਾ ਕੇ ਚੌਂਕੜਾ ਮਾਰ ਕੇ ਪਰਮਾਤਮਾ ਦਾ ਨਾਮ ਧਿਆਉਂਦੀ ਹੈ, ਤੇ ਬਾਲ ਗੋਬਿੰਦ ਰਾਏ ਮਹਾਰਾਜ ਜੀ ਚਲੇ ਗਏ, ਜਾ ਕੇ ਉਸ ਰਾਣੀ ਮੈਣੀ ਦੇ ਗੋਦ ਵਿੱਚ ਬੈਠ ਗਏ। ਜਦੋਂ ਗੋਦ ਵਿੱਚ ਬੈਠੇ ਰਾਣੀ ਮੈਣੀ ਨੇ ਆਖਿਆ ਮੇਰੇ ਤਾਂ ਅੱਜ ਤੱਕ ਕੋਈ ਵੀ ਗੋਦੀ ਵਿੱਚ ਪੁੱਤਰ ਨਹੀਂ ਆ ਕੇ ਬੈਠਿਆ, ਇਹ ਕੌਣ ਹੈ? ਅੱਖਾਂ ਖੋਲ ਕੇ ਵੇਖਿਆ, ਇਹ ਬਾਲ ਗੋਬਿੰਦ ਰਾਏ ਨੇ।
ਤੇ ਛੇਤੀ ਦੇਣੇ ਕਿਹਾ, ਮਾਤਾ ਛੇਤੀ ਦੇਣੇ ਕੁਝ ਖਵਾਓ, ਛਕਾਉਣ ਵਾਸਤੇ ਲਿਆਓ, ਭੁੱਖ ਬੜੀ ਲੱਗੀ ਹੈ। ਰਾਣੀ ਮੈਣੀ ਕਹਿਣ ਲੱਗੀ, ਲਾਲ ਜੀ 2 ਮਿੰਟ ਬੈਠੋ, ਮੈਂ ਭੋਜਨ ਤਿਆਰ ਕਰ ਦੇਣੀ ਹੈ। ਨਹੀਂ, ਜਿਹੜਾ ਕੁਝ ਤਿਆਰ ਆ ਉਹੀ ਲਿਆਓ। ਕੀ ਛੋਲੇ ਵਾਲੇ ਪਏ ਨੇ, ਘੁੰਗਣੀਆਂ, ਉਹ ਲਿਆ ਕੇ ਅੱਗੇ ਲੂਣ ਲਾ ਕੇ ਰੱਖ ਦਿੱਤੀਆਂ। ਸ਼ੱਕ ਦੇ ਰਿਵਾਜ, ਗੋਬਿੰਦ ਭਾਉ ਭਗਤ ਦਾ ਭੁੱਖਾ, ਤੇ ਉਹ ਛਕਣ ਲੱਗੇ, ਹਾਣੀਆਂ ਨੂੰ ਵਰਤਾ ਦਿੱਤਾ ਸਭ ਕੁਝ। ਤੇ ਫਿਰ ਬਾਲ ਗੋਬਿੰਦ ਰਾਏ ਰਾਣੀ ਮੈਣੀ ਦੇ ਗੋਦ ਵਿੱਚ ਆ ਕੇ ਬੈਠ ਗਏ। ਪੁੱਛਿਆ, ਕੋਈ ਇੱਛਾ ਹੈ? ਹਾਂ ਹੈ। ਕੀ? ਮੈਨੂੰ ਇੱਕ ਪੁੱਤਰ ਚਾਹੀਦਾ। ਤੇ ਧੰਨ ਬਾਲ ਗੋਬਿੰਦ ਰਾਏ ਮਹਾਰਾਜ ਜੀ ਕਹਿਣ ਲੱਗੇ, ਮਾਤਾ ਕਿਹੋ ਜਿਹਾ ਪੁੱਤਰ ਹੋਵੇ? ਰਾਣੀ ਮੈਣੀ ਦੇ ਮੁਖ ਵਿੱਚੋਂ ਨਿਕਲਿਆ, ਬਾਲ ਗੋਬਿੰਦ ਰਾਏ ਬਸ ਤੁਹਾਡੇ ਵਰਗਾ ਹੀ ਹੋਵੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗਲ ਨੂੰ ਚਿੰਬੜ ਕੇ ਆਖਿਆ, ਮੇਰੇ ਵਰਗਾ ਜੀ ਹੋਰ ਨਾ ਕੋਈ, ਹੋਰ ਨਾ ਕੋਈ, ਮੇਰੇ ਵਰਗਾ ਹੋਰ ਨਾ ਕੋਈ, ਹੋਰ ਨਾ ਕੋਈ, ਮੇਰੇ ਵਰਗਾ ਜੀ ਹੋਰ ਨਾ ਕੋਈ, ਹੋਰ ਨਾ ਕੋਈ, ਓ ਮੇਰੇ ਵਰਗਾ ਹੋਰ ਨਾ ਕੋਈ, ਹੋਰ ਨਾ ਕੋਈ, ਮੇਰੇ ਵਰਗਾ ਜੀ ਹੋਰ ਨਾ ਕੋਈ, ਹੋਰ ਨਾ ਕੋਈ, ਮੇਰੇ ਵਰਗਾ ਜੀ ਹੋਰ ਨਾ ਕੋਈ, ਹੋਰ ਨਾ ਕੋਈ। ਮਾਤਾ ਮੇਰੇ ਵਰਗਾ ਤਾਂ ਫਿਰ ਮੈਂ ਹੀ ਆ, ਹੋਰ ਨਹੀਂ ਹੈ। ਧੰਨ ਬਾਲ ਗੋਬਿੰਦ ਰਾਏ ਜੀ ਨੇ ਉਸ ਦੀ ਮਾਂ ਵਾਲੀ ਭੁੱਖ ਹੀ ਮਿਟਾਤੀ। ਮੈਨੂੰ ਆਪਣਾ ਪੁੱਤਰੀ ਸਮਝ ਲਾ। ਅੱਜ ਤੋਂ ਜਗ ਸੰਸਾਰ ਤੇ ਮੇਰੀਆਂ 2 ਮਾਵਾਂ ਨੇ। ਪਹਿਲੀ ਮਾਤਾ ਹੈ ਮੇਰੀ ਮਾਤਾ ਗੁਜਰੀ, ਤੇ ਦੂਸਰੀ ਮਾਂ ਹੈ ਮੇਰੀ ਅੱਜ ਤੋਂ ਤੂੰ, ਮੇਰੀ ਧਰਮ ਦੀ ਮਾਤਾ ਤੂੰ ਹੈ। ਅੱਛਾ ਮਾਤਾ, ਇਉਂ ਕਰੀ, ਜਦੋਂ ਤੂੰ ਮੈਨੂੰ ਮਿਲਣਾ ਹੋਵੇ ਨਾ, ਮੇਰੇ ਦਰਸ਼ਨ ਕਰਨੇ ਹੋਣ, ਤੇ ਆਹੀ ਪ੍ਰਸ਼ਾਦ ਬਣਾਈ। ਦੇਖੋ, ਆ ਛੋਲਿਆਂ ਦੀਆਂ ਘੁੰਗਣੀਆਂ ਬਾਲ ਕੇ ਲੂਣ ਲਾ ਕੇ ਰੱਖ ਦਿਆ ਕਰੀ, ਤੇ ਮੈਂ ਇਹ ਆ ਕੇ ਛਕਿਆ ਕਰੂੰਗਾ, ਤੇ ਨਾਲੇ ਮੈਂ ਤੈਨੂੰ ਆ ਕੇ ਪ੍ਰੇਮ ਦੇ ਨਾਲ ਬੈਠ ਕੇ ਤੇਰੇ ਕੋਲੇ ਤੇਰਾ ਪਿਆਰ ਪੂਰਾ ਕਰ ਜਾ ਕਰੂੰਗਾ। ਤੇ ਅੱਜ ਫਿਰ 4ਥਾ ਸਾਲ ਹੋ ਗਿਆ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ। ਇਧਰੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚਿੱਠੀ ਆ ਗਈ ਵੀ ਆਜੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਵੇਲਾ ਹੋਇਆ। ਮਾਤਾ ਗੁਜਰੀ, ਮਾਮਾ ਕਿਰਪਾਲ ਚੰਦ ਜੀ ਸਾਰਿਆਂ ਨੇ ਤਿਆਰੀ ਕਰ ਲਈ। ਉਧਰ ਪਤਾ ਲੱਗ ਗਿਆ ਪਟਨੇ ਦੀ ਧਰਤੀ ਦੇ ਵਿੱਚ ਅੱਜ ਬਾਲ ਗੋਬਿੰਦ ਰਾਏ ਜੀ ਜਾ ਰਹੇ ਨੇ। ਉਹ ਜਿਨ੍ਹਾਂ ਨੇ 4 ਸਾਲ ਛੋਟੇ ਛੋਟੇ ਕਦਮ ਧਰ ਕੇ ਇਸ ਧਰਤੀ ਤੇ, ਇਸ ਧਰਤੀ ਨੂੰ ਸਕੂਨ ਤੇ ਸ਼ਾਂਤੀ ਦਿੱਤੀ, ਅੱਜ ਉਹ ਧਰਤੀ ਨੂੰ ਛੱਡ ਕੇ ਸਦਾ ਵਾਸਤੇ ਜਾ ਰਹੇ ਨੇ। ਬਾਹਰ ਵਿੱਚ ਭੀੜ ਲੱਗ ਗਈ। ਛੋਟੇ ਛੋਟੇ ਹਾਣੀ ਜਿਨ੍ਹਾਂ ਨਾਲ ਮਹਾਰਾਜ ਖੇਡਦੇ ਸੀ, ਉਹ ਬਾਹਰ ਵਿੱਚ ਆ ਕੇ ਬੈਠ ਗਏ। ਪੰਡਤ ਸਿਵਦੱਤ ਆ ਕੇ ਬੈਠ ਗਿਆ, ਮਾਤਾ ਮੈਣੀ ਰਾਣੀ ਆ ਕੇ ਬੈਠ ਗਈ। ਸਾਰੇ ਕੱਲੇ ਕੱਲੇ ਬੈਠੇ ਨੇ। ਉਧਰ ਤਿਆਰੀ ਹੋ ਰਹੀ ਹੈ ਮਹਾਰਾਜ ਦੀ ਜਾਣ ਦੀ। ਸਭ ਨੇ ਆਖਿਆ, ਬਾਲ ਗੋਬਿੰਦ ਰਾਏ ਇੰਨਾ ਪਿਆਰ ਪਾ ਕੇ ਅੱਜ ਛੱਡ ਕੇ ਜਾ ਰਹੇ हैं। ਮੇਰੇ ਪਿਤਾ ਦਾ ਸੰਦੇਸ਼ਾ ਆ ਗਿਆ। ਅੱਜ 4 ਸਾਲ ਹੋ ਗਏ ਮੇਰੇ ਪਿਤਾ ਨੂੰ ਮਿਲਿਆ ਨੂੰ, ਮੈਂ ਆਪਣੇ ਪਿਤਾ ਜੀ ਨੂੰ ਮਿਲਣਾ ਹੈ। ਰਾਣੀ ਮੈਣੀ ਕਹਿਣ ਲੱਗੀ, ਤੈਂ ਕਿਹਾ ਸੀ ਮੈਂ ਸਾਰੀ ਜ਼ਿੰਦਗੀ ਤੇਰੇ ਕੋਲੇ ਰਹੂੰਗਾ, ਪੁੱਤਰ ਬਣਾ ਕੇ ਅੱਜ ਜਾ ਰਹੇ हैं, ਇਹ ਨਹੀਂ ਹੋ ਸਕਦਾ। ਪੰਡਤ ਸਿਵਦੱਤ ਨੇ ਕਿਹਾ, ਮੈਂ ਭਗਵਾਨ ਰਾਮ ਜੀ ਦੇ ਰੂਪ ਦੇ ਵਿੱਚ ਤੇਰੇ ਦਰਸ਼ਨ ਕਰੇ। ਤੇ ਛੋਟੇ ਛੋਟੇ ਹਾਣੀ ਬੱਚੇ ਕਹਿਣ ਲੱਗੇ, ਹੁਣ ਜਾ ਰਹੇ ਹੋ? ਕਹਿੰਦੇ ਹਾਂ। ਸਾਡਾ ਜੀ ਨਹੀਂ ਲੱਗਣਾ ਕੱਲਿਆਂ ਦਾ, ਕੱਲਿਆਂ ਦਾ ਜੀ ਲੱਗਣਾ ਕੱਲਿਆਂ ਦਾ, ਸਾਡਾ ਜੀ ਨਹੀਂ ਲੱਗਣਾ ਕੱਲਿਆਂ ਦਾ, ਜੀ ਨਹੀਂ ਲੱਗਣਾ ਕੱਲਿਆਂ ਦਾ, ਸਾਡਾ ਜੀ ਨਹੀਂ ਲੱਗਣਾ ਕੱਲਿਆਂ ਦਾ। ਸਾਨੂੰ ਨਾਲ ਲੈ ਕੇ ਜਾਇਓ, ਲੱਗਣਾ ਕੱਲਿਆਂ ਦਾ, ਸਾਡਾ ਜੀ ਨਹੀਂ ਲੱਗਣਾ ਕੱਲਿਆਂ ਦਾ। ਨਾਲੇ ਲੈ ਕੇ ਜਾਇਓ, ਸਾਡਾ ਜੀ ਨਹੀਂ ਲੱਗਣਾ ਕੱਲਿਆਂ ਦਾ, ਸਾਡਾ ਜੀ ਨਹੀਂ ਲੱਗਣਾ ਕੱਲਿਆਂ ਦਾ। ਸਾਨੂੰ ਨਾਲ ਲੈ ਕੇ ਜਾਇਓ, ਜੀ ਲੱਗਣਾ ਕੱਲਿਆਂ ਦਾ, ਸਾਡਾ ਜੀ ਨਹੀਂ ਲੱਗਣਾ ਕੱਲਿਆਂ ਦਾ। ਮਾਤਾ ਜੀ ਦੀ ਗੋਦ ਵਿੱਚ ਬਾਲ ਗੋਬਿੰਦ ਰਾਏ ਮਹਾਰਾਜ ਜੀ ਬੈਠੇ ਨੇ। ਉਹ ਕਹਿਣ ਲੱਗੇ, ਠੀਕ ਹੈ, ਮੈਂ 4 ਸਾਲ ਤੁਹਾਡੇ ਨਾਲ ਬਿਤਾਏ ਨੇ,
पर मेरी भी सुनो, मेरे पिता जी दा हुक्म है, मेरा जी नहीं करता विछड़न नू, मेरा दिल नहीं करता विछड़न नू, दिल नहीं करता विछड़न नू, मेरा दिल नहीं करता विछड़न नू, मेरा दिल नहीं करता विछड़न नू। अगे सतगुर दी है मर्जी, अगे सतगुर दी है मर्जी, मेरा दिल नहीं करता विछड़न नू, दिल नहीं करता विछड़न नू। अगे मर्जी मेरा दिल नहीं करता विछड़न नू, मेरा दिल नहीं करता विछड़न नू, भी है मर्जी मेरा दिल नहीं करता विछड़न नू, मेरा दिल नहीं करता विछड़न नू। धन बाल गोबिंद राय महाराज जी, माता गुजरी दी गोद विच मामा कृपाल चंद जी। सारियां तैयारियां हो गईयां, सारे बार बार एक कोई गल कह रहे ने, महाराज फिर हुण कदों मेल होऊगा, शरीर करके कदों आओगे। धन कलगीधर धर महाराज जी दे भविखत वचन वो कहन लगे, शरीर करके नहीं मैं अज तो आउणा। सचमुच एक बारी पटने की धरती को छड्ड आए, मुड़ के शरीर करके गुरु गोबिंद सिंह महाराज जी पटने की धरती ते नहीं गए। कहते शरीर करके तां नहीं मैं आउणा, पर आत्मा करके सदा तुहाडे नाल हूं। रथ विच बैठ के मिल मेरे प्रीतम प्यारिया, मैं तुध बिन खरी नवाणी, मेरे गुरुदेव जी की धारणा है। जदों फिर सारे हाणियां ने कहा छड्ड के ना जाई साडे हाणियां बुरा दर्द विछोड़े दा। वो कहते इन्ना प्रेम ही ना पाउंदा साडे नाल, लोड़ की सी साडे घरां जाण दी। राणी मैणी कहन लगी साडे महलां विच जाण दी लोड़ की सी, ना शकदा प्रसाद ना इन्ना प्रेम पाउंदा, जे अज छड्ड के जाना सी। ते सारे खड़े ने, रथ विच समान रख रहे ने। ते फिर कलगीधर पातशाह महाराज जी कहंदे कित्ते तां होणगे संजोगां नाल, ओ नदियां दे नीर विछड़े, कित्ते होणगे संजोगां नाल मेले, नदियां दे नीर विछड़े, होणगे संजोगां नाल मेले, नदियां दे कित्ते होणगे संजोगां नाल मेले, जी नदियां दे नीर विछड़े, होणगे संजोगां नाल मेले, नदियां दे नीर विछड़े, किते होणगे संजोगां नाल मेले, नदियां दे नीर विछड़े। ऐथों कट के जी रैण विसेरा, ओए कुंजां उड चलियां, कट के जी रैण विसेरा, कुंजां उड चलियां, कट के जी रैण विसेरा, कुंजां उड चलियां, ऐथे कट के जी रैण विसेरा, कुंजां उड चलियां। कट के जी रैण विसेरा, कुंजां उड चलियां। नदियां बहाव छुनिया हर मेला संजोगी, राम जुग जुग मीठा विस भरे, कोई जाने जोगी राम। धन गुरु गोबिंद सिंह महाराज सच्चे पातशाह जी बाल गोबिंद राय बड़े कौतक करे उस धरती दे उत्ते खड़ के कंगण भी सुट्टे। अज कंगण घाट गुरुद्वारा बनया होया ते उत्थे ही आ बचन करे जिहड़ा पोह दे महीने विच आ रहा है। कंगण सुट के खड़ के बच्चों ने कहा माता जी तेरे गोबिंद राय ने ना कंगण सुट दिता नदी दे विच। माता गुजरी जी भज के गए, बे लाल तेनू पता है कितना महंगा कंगण बनाया सी, कित्थे है? माता जी आ नदी दे विच डिग पिया। सारे छोटे छोटे बच्चे खेलदे आओ गोबिंद राय पता है तेनू कितना कीमती कंगण बनाया? कहंदे हाँ मैनू पता है।
ਫਿਰ ਤਾਂ ਨਦੀ ਦੇ ਵਿੱਚ ਸੁੱਟ ਦਿੱਤਾ। ਕਹਿੰਦੇ ਇਹ ਸਮਾਂ ਐਸਾ ਆ ਜਾਣਾ, ਭਵਿੱਖਿਅਤ ਵਚਨ ਇਹਨੂੰ ਭਵਿੱਖਤ ਕਹਿੰਦੇ, ਆਉਣ ਵਾਲਾ ਸਮਾਂ ਜਿਹੜਾ। ਕਹਿੰਦੇ ਇਹ ਦੋ ਕੰਗਣਾਂ ਦੀ ਕਿਹੜੀ ਗੱਲ ਹੈ, ਇੱਕ ਦਿਨ ਸਾਡਾ ਘਰ ਹੀ ਉੱਜੜ ਜਾਣਾ। ਬੋਲੋ ਸਤਨਾਮ ਵਾਹਿਗੁਰੂ। ਮੇਰੇ ਬੱਚੇ ਮੇਰਾ ਪਰਿਵਾਰ ਹੈ, 4 ਸਾਲ ਦੀ ਉਮਰ, ਮੇਰੇ ਬੱਚੇ ਮੇਰਾ ਪਰਿਵਾਰ ਇੱਕ ਦਿਨ ਇਸ ਘਰ ਨੇ ਉੱਜੜ ਕੇ ਹੀ ਰਹਿਣਾ। ਕਹਿ ਲੱਗੇ ਤੂੰ ਆ ਜਿਹੜਾ ਸੋਨਾ ਪਤਾ ਬਹੁਤ ਕੀਮਤੀ ਹੈ, ਕਹਿੰਦੇ ਸਭ ਕੁਝ ਸਰਸਾ ਦੀ ਭੇਟਾ ਹੋ ਜਾਣਾ ਹੈ। ਮਾਤਾ ਜੀ ਭੱਜ ਕੇ ਆਏ, ਕਹਿੰਦੇ ਲਾਲ ਕਿੱਥੇ ਕਿ ਸੁੱਟਿਆ? ਦੂਜਾ ਵੀ ਐ ਬੋਚ ਕੇ ਹੱਥ ਵਿੱਚ ਲਾ ਕੇ ਭਗਾ ਕੇ ਨਦੀ ਦੇ ਵਿਚਾਲੇ ਮਾਰਿਆ। ਮਾਤਾ ਜੀ ਇੱਥੇ ਜੇ ਸੁੱਟਿਆ ਸੀ। ਬੇ ਲਾਲ ਤੈਨੂੰ ਪਤਾ ਨਹੀਂ ਕਿੰਨੇ ਕੀਮਤੀ ਹੈ? ਹਾਂ ਮੈਨੂੰ ਪਤਾ ਹੈ ਮਾਤਾ, ਤੂੰ ਆ 2 ਕੰਗਣਾ ਪਿੱਛੇ ਰੋਣੀ ਹੈ, ਤੈਨੂੰ ਉਹ ਸਮਾਂ ਪਤਾ ਲੱਗੂ ਉਹ ਜਦੋਂ ਰਾਤ ਦੇ 12 ਵਜੇ ਉਸ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣਾ ਪੈ ਗਿਆ। ਉਮਰ 4 ਸਾਲ ਦੀ ਹੈ, ਬਚਨ ਬੜੇ ਵੱਡੇ ਨੇ, ਕੀਮਤੀ ਨੇ। ਤੇ ਫਿਰ ਮਾਂ ਕਹਿਣ ਲੱਗੀ ਲਾਲ ਜੀ ਉਹ ਦੇਖੀ ਕਿਤੇ ਗੱਲ ਸੱਚ ਨਾ ਹੋ ਜਾਵੇ, ਮਾਤਾ ਇਹ ਹੋ ਕੇ ਰਹਿਣੀ ਹੈ। ਤਨ ਮਾਤਾ ਗੁਜਰੀ ਨੂੰ ਬਾਲ ਗੋਬਿੰਦ ਰਾਏ ਜੀ ਬੜੇ ਪਿਆਰ ਦੇ ਵਿੱਚ ਆ ਕੇ ਮਾਤਾ ਗੁਜਰੀ ਕਹਿਣ ਲੱਗੀ ਲਾਲ ਕੋਈ ਗੱਲ ਨਹੀਂ, ਕੰਗਣ ਡਿੱਗ ਪੈਣ ਦੇ, ਡਬੋਲੀਏ ਭਾਲ ਲੈਣਗੇ, ਪਰ ਜਿਹੜੀ ਅਗਲੀ ਗੱਲ ਕਹਿਣਾ ਇਹ ਨਾ ਕਿਤੇ। ਮਾਤਾ ਜੀ ਗੱਲ ਸੁਣੋ, ਕਿਉਂ? ਇਹ ਆਉਣ ਵਾਲਾ ਸਮਾਂ ਤੁਹਾਨੂੰ ਪਤਾ ਲੱਗ ਜਾਣਾ। ਸਾਰੀ ਪੌਣੇ 42 ਸਾਲ ਦੀ ਉਮਰ ਦੇ ਵਿੱਚ ਤਾਂ ਸ਼ਹੀਦੀ ਵੀ ਪਾ ਗਏ ਸੀ ਮਹਾਰਾਜ ਜੀ। 1704 ਨੂੰ ਆਨੰਦਗੜ੍ਹ ਦਾ ਕਿਲਾ ਛੱਡਿਆ, 1704 ਨੂੰ 6 ਪੋਹ ਦੀ ਰਾਤ ਲੰਘ ਰਹੀ ਸੀ। 5 ਪੋਹ ਦੀ ਤੇ 6 ਪੋਹ ਦੀ ਜਿਹੜੀ ਉਹ ਚੜ ਰਹੀ ਸੀ, 12 ਵੱਜ ਗਏ ਸੀ ਰਾਤ ਦੇ। ਤੇ ਮਾਤਾ ਜੀ ਨੂੰ ਫਿਰ ਇਹ ਬਚਨ ਕਹਿੰਦੀ ਦੇਖੀ ਲਾਲ ਗੋਬਿੰਦ ਰਾਏ ਸੱਚ ਨਾ ਹੋ ਜੇ। ਇਹ ਮਾਤਾ ਗੁਜਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕਿਹਾ ਸੀ। ਮੈਨੂੰ ਖਵਾਬ ਆਇਆ, ਕਹਿੰਦੇ ਉਹੀ ਸੁਪਨਾ ਜਿਹੜਾ ਮੈਂ ਤੈਨੂੰ ਕਿਹਾ ਸੀ ਪਟਨ ਦੀ ਧਰਤੀ ਉੱਤੇ। ਇਹ ਸੁਪਨੇ ਦਾ ਸੀਨ ਕਦੇ ਗੋਬਿੰਦ ਰਾਏ ਸੱਚ ਨਾ ਕਰਦੀ। ਇਹ ਸੁਪਨੇ ਦਾ ਸੀਨ ਕਦੇ ਗੋਬਿੰਦ ਰਾਏ, ਇਹ ਸੁਪਨੇ ਦਾ ਸੀਨ ਕਿਤੇ ਗੋਬਿੰਦ ਰਾਏ ਸੱਚ ਨਾ ਕਰਦੀ। ਇਹ ਸੁਪਨੇ ਦਾ ਸੀਨ ਕਦੇ ਗੋਬਿੰਦ ਰਾਏ ਸੀਨ ਕਦੇ ਗੋਬਿੰਦ ਰਾਏ ਸੱਚ ਨਾ ਹੋ ਜੇ। ਇਹ ਸੁਪਨੇ ਦਾ ਸੀਨ ਕਿਤੇ ਗੋਬਿੰਦ ਰਾਏ ਸੱਚ ਨਾ ਹੋ ਜੇ। ਇਹੋ ਜੀਆਂ ਰਾਤਾਂ ਦਿਨ ਅੱਜ ਦੇ ਜਿਹੜੇ ਚੱਲ ਰਹੇ ਨੇ। ਪੋਹ ਦਾ ਮਹੀਨਾ ਸ਼ੁਰੂ ਹੋਣ, ਭਾਵੇਂ ਮੈਂ ਥੋੜਾ ਜਿਹਾ ਪਿੱਛੇ ਤੋਂ ਇਤਿਹਾਸ, ਕਿਉਂਕਿ ਉਹਨਾਂ ਦਿਨਾਂ ਤੱਕ ਪਹੁੰਚਦਿਆਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਇਹਨਾਂ ਦਿਨਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸੂਰਮੇ ਸਿੰਘ ਮਾਤਾ ਸਾਰੇ ਭੁੱਖਣ ਭਾਣੇ ਬੈਠੇ ਸੀ। ਉਹ ਸਿੱਖੋ ਅਸੀਂ ਭੋਜਨ ਛਕ ਕੇ ਗੁਰੂ ਦੇ ਚਰਨਾਂ ਵਿੱਚ ਬਹਿਨੇ ਆ, ਜਲ ਪਾਣੀ ਛਕ ਕੇ ਆਉਨੇ ਆ, ਪਰ ਉਹ ਸਮਾਂ ਇੰਨਾ ਨਾਜ਼ੁਕ ਆ ਗਿਆ ਸੀ। ਅੱਜ ਦੇ ਦਿਨਾਂ ਜਿਹੜੇ ਆ ਦਿਨ ਚੱਲ ਰਹੇ ਨੇ, ਭੋਜਨ ਨਾ ਬਾਹਰੋਂ ਆ ਰਿਹਾ ਸੀ ਨਾ ਅੰਦਰੋਂ ਕੁਝ ਬਾਹਰ ਜਾ ਰਿਹਾ ਸੀ, ਇੰਨਾ ਸਖਤ ਹੋ ਗਿਆ ਸੀ ਸਮਾਂ। 8 ਦਿਨ ਲੰਗਰ, ਫਿਰ ਮਹੀਨੇ ਤੇ, ਫਿਰ 2 ਮਹੀਨਿਆਂ ਤੇ, ਫਿਰ ਜਮਾਂ ਹੀ ਸਭ ਕੁਝ ਰਸਤ ਪਾਣੀ ਮੁੱਕ ਗਿਆ ਸੀ ਕਿਲੇ ਦੇ ਵਿੱਚੋਂ। ਇਹ ਉਹ ਦਿਨ ਨੇ, ਸ਼ਹਾਦਤ ਦੇ ਦਿਨ ਨੇ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ। ਤੇ ਆਓ ਮਹਾਰਾਜ ਕਿਰਪਾ ਕਰੇ ਸਾਡੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰੇ। ਵੱਧ ਚੜ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਮਹੀਨਾ ਤਾਂ ਪੋਹ ਦਾ ਤਾਂ ਜਿਹੜਾ ਪੋਹ ਇਧਰ ਮੱਘਰ ਤੇ ਅੱਗੇ ਮਾਘ ਦਾ ਮਹੀਨਾ, ਇਹ ਸਾਰਾ ਹੀ ਮਹੀਨਾ ਫਿਰ ਸ਼ਹਾਦਤਾਂ ਦਾ ਹੀ ਮਹੀਨਾ ਭਰਿਆ ਹੋਇਆ ਹੈ। ਇੱਕ ਇੱਕ ਦਿਨ, ਇੱਕ ਇੱਕ ਘੰਟਾ ਉਹ ਦਿਨ ਕਿਹੜਾ ਹੈ ਵੀ ਜਿਸ ਦਿਨ ਕੌਮ ਵਾਸਤੇ ਕੁਰਬਾਨੀ ਸ਼ਹਾਦਤ ਨਾ ਹੋਈ ਹੋਵੇ। ਇਸ ਕਰਕੇ ਮਹਾਰਾਜ ਕਿਰਪਾ ਕਰੇ, ਸਮਤ ਬਖਸ਼ੇ। ਅੱਜ ਜਿਵੇਂ ਸਾਡੇ ਕਿਸਾਨ ਵੀਰ ਦੇਖੋ, ਉਹ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਨੇ, ਰਾਤਾਂ ਨੂੰ ਭੁੱਖਣ ਭਾਣੇ ਬੈਠੇ ਨੇ। ਭਾਵੇਂ ਠੀਕ ਹੈ ਵੀ ਲੰਗਰ ਚੱਲ ਰਿਹਾ ਥਾਂ ਥਾਂ ਦੇ ਉੱਤੇ, ਪਰ ਉਹ ਲੰਗਰ ਦਾ ਸਵਾਦ ਕੁਝ ਆਪਣੇ ਘਰ ਦਾ ਕੁਝ ਵੱਖਰਾ। ਸੜਕਾਂ ਤੇ ਬੈਠ ਕੇ, ਥੱਲੇ ਰੋੜਿਆਂ ਤੇ ਬੈਠ ਕੇ ਛਕਣ ਦਾ ਕੁਝ ਆਨੰਦ ਹੋਰ ਹੁੰਦਾ ਹੈ। ਨੌਜਵਾਨ ਬੱਚੇ, ਨੌਜਵਾਨ ਉਹ, ਕਿਉਂਕਿ ਉਹ ਵੀਡੀਓ ਬਾਰ-ਬਾਰ ਆਈ ਜਾਂਦੀਆਂ ਨੇ ਨਾ, ਤੇ ਆ ਫੋਟੋਆਂ ਦੇ ਟੈਲੀਵਿਜ਼ਨ ਦੇ ਉੱਤੇ ਵੀ ਆਉਂਦਾ, ਦੇਖੋ ਉੱਥੋਂ ਦਾ ਹਾਲ ਕੀ ਹੈ। ਇਸ ਕਰਕੇ ਠੀਕ ਹੈ, ਮਹਾਰਾਜ ਜੀ ਸਫਲਤਾ ਬਖਸ਼ੇ।
ਇਹਨਾਂ ਗੁਰਮੁਖਾਂ ਨੂੰ। ਜਿਹੜਾ ਬਿੱਲ ਇਹ ਮੋਦੀ ਨੇ ਉਹ ਕਰਿਆ ਨਾ, ਭਾਵੇਂ ਭੰਗੜਾ ਤਾਂ ਪਿਆ ਮੋਦੀ ਦਾ ਹੁਣ, ਪਰ ਖਾਲਸੇ ਪਿੱਛੇ ਮੁੜਨ ਵਾਲੇ ਨਹੀਂ। ਤਕਰੀਰ ਉਹਨਾਂ ਦੀ ਸੁਣਨ ਵਾਲੀ ਹੈ। ਬਹੁਤੇ ਇੱਕ ਕਿਸਾਨ ਵੀਰ ਆ, ਉਹਦਾ ਮੈਂ ਨਾਂ ਨਹੀਂ ਜਾਣਦਾ, ਉਹਦੇ ਇੱਕ ਇੱਕ ਗੱਲ ਵਿੱਚ ਇੰਨੀ ਵਜਨਦਾਰ ਗੱਲ ਆ ਉਹਦੀ। ਤੇ ਦੂਜਾ ਫਿਰ ਸਾਡਾ ਮੋਰਾਂ ਵਾਲੀਆ ਚਲਿਆ ਗਿਆ ਢਾਡੀ ਜਥਾ, ਜਿਹੜਾ ਉਹ ਜਿੱਥੇ ਵੀ ਇੱਕ ਥਾਂ 10 ਮਿੰਟ ਲਾ ਦਿੰਦਾ, ਖੜ ਕੇ ਕਿਹੜਾ ਮਰਿਆ ਹੋਇਆਂ ਦੇ ਵਿੱਚ ਨਾ ਮੁਰਦਿਆਂ ਦੇ ਵਿੱਚ ਜਾਨ ਪਾ ਦਿੰਦਾ ਹੈ। ਇਹ ਕਰਕੇ ਮਹਾਰਾਜ ਜੀ ਕਿਰਪਾ ਕਰੇ। ਜਿਵੇਂ ਉਹ ਕਹਾਵਤ ਜੀ ਇੱਕ ਆਈ ਹੈ, ਬਸ ਮੈਂ 2 ਮਿੰਟਾਂ ਵਿੱਚ ਸਮਾਪਤੀ ਕਰਾਂ। ਜ਼ਿਮੀਂਦਾਰ ਤੇ ਕਹਿੰਦੇ ਕੋਈ ਬ੍ਰਾਹਮਣ, ਉਹ ਕਹਿੰਦੇ ਉਹਨਾਂ ਨੇ ਕਿਹਾ ਵੀ ਸਵਖ ਤੇ ਉੱਠ ਕੇ ਆਪਾਂ ਜਿਹੜਾ ਬਾਹਰ ਜੰਗਲ ਪਾਣੀ ਜਾਣਾ, ਸਦੇਹਾਂ ਹੀ ਦੋਨੋਂ ਚੱਲ ਪਏ। ਸਦੇਹਾਂ ਜਾ ਕੇ ਜੰਗਲ ਵਿੱਚ ਆਰਾਮ ਕਰਨ ਲੱਗ ਪਏ। ਉਹ ਕਹਿੰਦਾ ਵੀ ਉਨਾ ਚਿਰ ਨਹੀਂ ਉੱਠਣਾ ਵੀ ਜਿੰਨਾ ਚਿਰ ਜਾਗ ਨਾ ਆਵੇ। ਠੀਕ ਹੈ, ਦਿਨ ਦੇ 12 ਵੱਜ ਗਏ। ਉਹ ਜ਼ਿਮੀਂਦਾਰ ਦੇ ਪੁੱਤਰ ਵੀ ਭਾਲਦੇ ਫਿਰਨ, ਬ੍ਰਾਹਮਣ ਦੇ ਪੁੱਤਰ ਵੀ ਭਾਲਦੇ ਫਿਰਨ। ਆ ਕੇ ਬ੍ਰਾਹਮਣ ਦੇ ਪੁੱਤਰਾਂ ਨੇ ਕਿਹਾ ਵੀ ਮੇਰੀ ਜ਼ਿਮੀਂਦਾਰ ਦੇ ਨਾਲ ਇਸ ਤਰ੍ਹਾਂ ਜਿਵੇਂ ਅੱਜ ਮੋਦੀ ਦੀ ਫਸੀ ਹੋਈ ਆ। ਕਹਿੰਦਾ ਵੀ ਸਾਡੀ ਇਸ ਤਰ੍ਹਾਂ ਫਸੀ ਹੋਈ ਆ ਸ਼ਰਤ, ਮੈਂ ਉੱਠਣਾ ਨਹੀਂ। ਜ਼ਿਮੀਂਦਾਰ ਵੀ ਕੋਲ ਹੀ ਪਿਆ ਸੀ। ਉਹਨੇ ਬ੍ਰਾਹਮਣ ਨੇ ਕਿਹਾ ਇਉਂ ਕਰੀ, ਸ਼ਾਮ ਦੀ ਆਰਤੀ ਤਾਂ ਤੇਰੀ ਮਾਤਾ ਕਰ ਦੂਗੀ, ਜਿਹੜੀ ਸਵੇਰ ਦੀ ਆਰਤੀ ਉਹ ਆਪਣੇ ਮਾਮੇ ਨੂੰ ਬੁਲਾ ਲਈ। ਜ਼ਿਮੀਂਦਾਰ ਕਹਿਣ ਲੱਗੇ ਵੀ ਇਹ ਨਹੀਂ ਉੱਠਦਾ ਹੈ। ਜ਼ਿਮੀਂਦਾਰ ਦੇ ਪੁੱਤਰ ਆ ਗਏ ਕੋਲੇ, ਉਹਨਾਂ ਨੇ ਆ ਕੇ ਆਖਿਆ ਪਿਤਾ ਜੀ ਉੱਠੋ, ਚਲੋ ਚੱਲੀਏ ਘਰੇ। ਕਹਿੰਦਾ ਗੱਲ ਸੁਣਾ ਪਿਆ ਬ੍ਰਾਹਮਣ ਮੇਰੇ ਨਾਲ, ਇਹਨੇ ਕਿਹਾ ਵੀ ਉੱਠਣਾ ਨਹੀਂ ਹੈ। ਇਉਂ ਕਰੀ, ਆ ਜਿਹੜੀ ਹੁਣ ਫਸਲ ਜਿਹੜੀ ਹਾੜੀ ਦੀ ਅਸੀਂ ਬੀਜ ਕੇ ਆਏ ਨਾ, ਇਹ ਤਾਂ ਤੁਸੀਂ ਵੱਢ ਲਿਓ ਔਖੇ ਸੌਖੇ। ਜਿਹੜੀ ਅੱਗੇ ਸੌਣੀ ਦੀ ਫਸਲ ਆਊਗੀ ਨਾ, ਉਹ ਆਪਣੇ ਮਾਮਿਆਂ ਨੂੰ ਬੁਲਾ ਲਿਓ, ਉਹਨਾਂ ਤੋਂ ਬਜਾ ਦਿਓ। ਬੋਲੋ ਸਤਨਾਮ ਵਾਹਿਗੁਰੂ ਜੀ। ਬ੍ਰਾਹਮਣ ਕਹਿਣ ਲੱਗਿਆ ਮੈਂ ਤਾਂ ਇੱਕ ਦਿਨ ਦੀ ਉਹ ਗੱਲ ਕਰਦਾ, 6 ਮਹੀਨਿਆਂ ਦੀ ਗੱਲ ਕਰਦਾ। ਉੱਠ ਕੇ ਝਾੜ ਕੇ ਕੱਪੜੇ ਤੁਰ ਪਿਆ। ਕਹਿੰਦਾ ਵੀ ਮੈਂ ਤਾਂ ਚੱਲਿਆ। ਗੱਲ ਹੁਣ ਨੇੜੇ ਲੱਗੀ ਹੈ, ਕਹਿਣ ਤੋਂ ਭਾਵ ਇਹ ਗੱਲ ਬਹੁਤ ਨੇੜੇ ਲੱਗੀ। ਅੱਜ ਦੇਖੋ ਜਥਿਆਂ ਦੇ ਜਥੇ ਜਾ ਰਹੇ ਨੇ, ਠੀਕ ਹੈ, ਆਪਾਂ ਉੱਥੇ ਨਹੀਂ ਜਾ ਸਕਦੇ, ਘਰਾਂ ਦੇ ਵਿੱਚ ਵੀ ਜ਼ਰੂਰੀ ਕੰਮ ਨੇ। ਰਾਤ ਵੀ ਆਏ ਸੀ, ਭੋਤਨੇ ਵਾਲੇ ਬੋਲ ਕੇ ਗਏ ਨੇ ਆਪਣੇ ਇੱਥੇ ਵੀ ਘਰ ਘਰ ਦਾ ਬੰਦਾ ਪਹੁੰਚੋ, ਪਰ ਆਪਾਂ ਸਾਰੇ ਮਿਲ ਕੇ ਅਰਦਾਸ ਤਾਂ ਉਹਨਾਂ ਦੇ ਪ੍ਰਥਾਏ ਕਰ ਹੀ ਸਕਦੇ ਹਾਂ। ਸੱਚੇ ਪਾਤਸ਼ਾਹ ਬਾਰਡਰਾਂ ਤੇ ਬੈਠੇ ਸਾਡੇ ਬਜ਼ੁਰਗ, ਸਾਡੇ ਵੀਰ, ਸਾਡੇ ਬੱਚੇ ਅੱਜ ਭੀਖ ਮੰਗਣ ਵਾਸਤੇ ਨਹੀਂ ਗਏ, ਅੱਜ ਉਹ ਆਪਣਾ ਹੱਕ ਮੰਗਣ ਵਾਸਤੇ ਗਏ ਨੇ। ਉਹਨਾਂ ਦਾ ਹੱਕ ਪ੍ਰਾਪਤ ਹੋ ਜਾਵੇ। ਉਹਨਾਂ ਦੀ ਜਿੱਤ ਤੇ ਸਾਡੀ ਘਰਾਂ 'ਚ ਬੈਠਿਆਂ ਦੀ ਜਿੱਤ ਹੈ। ਮਹਾਰਾਜ ਕਿਰਪਾ ਕਰੇ, ਸਿਰ ਤੇ ਮਿਹਰ ਭਰਿਆ ਹੱਥ ਰੱਖਿਆ। ਉਹ ਸਾਰੇ ਜੁੜੇ ਨਾ ਸਾਹਿਬ ਦੀ ਬਾਣੀ ਵਿੱਚ ਦਿਨ ਬਸ ਸੰਗਰਾਂਦ ਦੇ ਨੇੜੇ ਆਉਣ ਵਾਲੇ ਨੇ। 1 ਪੋਹ ਤੋਂ ਲੈ ਕੇ ਸ਼ਹੀਦੀ ਹਫ਼ਤਾ ਉਹਨਾਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਸ਼ਹੀਦਾਂ ਦੀ ਜਿਹੜੀ ਹੈ ਨਾ ਉਹ ਯਾਦ ਦੇ ਵਿੱਚ ਜੋਤ ਇੱਥੇ ਚੱਲੇ। ਦਿਨ ਰਾਤ ਅਖੰਡ ਜੋਤ ਚੱਲੇ। ਮਹਾਰਾਜ ਕਿਰਪਾ ਕਰਨ ਇੱਥੇ ਸ਼ਹੀਦਾਂ ਦੇ ਚਰਨਾਂ ਵਿੱਚ ਜੋਤ ਚੱਲੇ ਤੇ ਸਾਡੇ ਘਰਾਂ ਦੇ ਵਿੱਚ ਵੀ ਉਹ ਇਸੇ ਤਰ੍ਹਾਂ ਮਹਾਰਾਜ ਜਗਾ ਦੇਵੇ। ਧੰਨਵਾਦ ਸਾਰਿਆਂ ਦਾ। ਰਾਮ ਕਲੀ ਮਹਲਾ ਤੀਜਾ। ਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਨੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੇ ਆਈਆਂ ਜੀ ਸ਼ਬਦ ਤਾਂ ਗਾਵੋ। ਹਰੀ ਤੇਰਾ ਮਨ ਜਿਨੀ ਵਸਾਵਾ, ਹੈ ਨਾਨਕ ਅਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਵਾਰ ਹੋ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨੰਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਰਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ, ਕਰਤਾ ਤੇਰਾ ਸਭ ਕੁਝ ਜਿੰਦੇ ਤੂੰ ਪਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਈ ਵਸਿਆ,
ਜਿਨੀ ਛਾਂ ਸਭ ਜਾਈਆਂ ਗੁਣਵਾਨ ਗੀਤਾ ਗੁਣ ਵਿਟੋ ਜੀਆਂ ਵਡਿਆਈਆਂ ਕਹਿ ਨਾਨਕ ਸੁਣ ਸੰਤੋਖ ਸ਼ਬਦ ਤਰੋ ਪਿਆਰ ਨਾਮ ਮੇਰਾ ਆਧਾਰੋ ਅਜੇ ਪੰਥ ਸ਼ਬਦ ਜਿਤ ਕਰ ਸੁਭਾਗੋ ਪਸ਼ੂ ਪਗ ਸ਼ਬਦ ਵਾਜੇ ਕਲਾ ਜਿਤ ਕਰਤਾਰੀ ਕਾਲ ਗੰਧ ਕੁਮਾਰਿਆ ਤੁਧ ਕਰਮ ਪਾਇਆ ਤੁਝ ਜਨ ਕੋ ਸੇ ਨਾਮ ਹਰ ਕੈ ਲਾਗੇ ਨਾਨਕ ਤੈ ਸੁਭੋ ਆਦਿਤ ਕਰ ਆਨੰਦ ਬਾਜੇ ਆਨੰਦ ਸੁਨੋ ਬੜ ਭਾਗੀਓ ਸਗਲ ਮਨੋਰਥ ਪੂਰੇ ਪ੍ਰਭਾ ਉਤਰੇ ਸਗਲ ਦੂਰੇ ਰੋਗ ਸੰਤਾਪ ਕਰੇ ਸੁਨੀ ਸਤੀ ਬਾਣੀ ਸੰਤੋ ਸਾਜਨ ਪੈ ਸਰਜੇ ਪੂਰੇ ਗੁਰ ਤੇ ਜਾਣੀ ਸੁਣਤੇ ਪ੍ਰੀਤ ਕਹਤੇ ਪਵਿੱਤ ਰਤ ਗੁਰਿਆ ਭਰਪੂਰ ਬਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੂਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ